ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ ਕਰੋ ਸੰਤ ਸੰਗਮ ਚਿਰੰਕਾਲ ਹੇਤਾ। ਹਿਰਦਾ ਸ਼ੁੱਧ ਹੋਵੈ ਭਜੋ ਨਾਮ ਸਵੇਤਾ। ਕਰੋ ਸੰਤ ਸੰਗਮ ਚਿਰੰਕਾਲ ਹੇਤਾ। ਹਿਰਦਾ ਸ਼ੁੱਧ ਹੋਵੈ ਭਜੋ ਨਾਮ ਸਵੇਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਹਜੂਰੇ ਅਨਵਰ। ਸ਼ਹਿਨਸ਼ਾਹ ਦੋ ਜਹਾਨ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜਕ। ਰਿਹਾ ਕੁਨ ਰਹੀਮ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗਾਂ ਦਾ ਸਦਕਾ ਪੂਰੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਸੰਗਤ ਪ੍ਰਾਪਤ ਹੋਈ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਅਸੀਂ ਕਲਯੁਗੀ ਜੀਵਾਂ ਦੇ ਉੱਪਰ ਤਰਸ ਕਰਦਿਆਂ ਹੋਇਆਂ ਇਹ ਸਤ ਸੰਗਤ ਦੀਆਂ ਅਮੋਲਕ ਕੜੀਆਂ ਬਖਸ਼ੀਆਂ। ਆਓ ਜੀ ਬੜੇ ਪਿਆਰ ਦੇ ਸਹਿਤ ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਜਿਵੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਸਾਂ ਪ੍ਰਦੇਸਾਂ ਦੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ, ਭੁੱਲੇ ਭਟਕੇ ਲੋਕਾਂ ਨੂੰ ਰਾਹੇ ਪਾ ਰਹੇ ਨੇ, ਗਿਆਨ ਬਖਸ਼ ਰਹੇ ਹਨ। ਆਓ ਜੀ ਅਸੀਂ ਵੀ ਬੇਨਤੀ ਕਰੀਏ ਕਿ ਸਤਿਗੁਰੂ ਜੀ ਉਹ ਸਾਡੇ ਸਿਰ 'ਤੇ ਵੀ ਮਿਹਰ ਭਰਿਆ ਹੱਥ ਰੱਖੋ, ਆਪਣਾ ਇਲਾਹੀ ਗਿਆਨ ਬਖਸ਼ ਕੇ, ਅੰਮ੍ਰਿਤ ਰੂਪ ਬਾਣੀ ਦੇ ਵਿੱਚੋਂ ਇਲਾਹੀ ਗਿਆਨ ਬਖਸ਼ ਕੇ ਅਸੀਂ ਕਲਯੁਗੀ ਜੀਵਾਂ ਨੂੰ ਨਿਹਾਲ ਕਰੋ, ਜਿਸ ਪ੍ਰਕਾਰ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ ਜੀ। ਆਓ ਬੜੇ ਪਿਆਰ ਦੇ ਸਹਿਤ ਗੁਰੂ ਕੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਭੁਜੰਗ ਪ੍ਰਿਆਤ ਛੰਦ ਕਰੋ ਸੰਤ ਸੰਗਮ ਚਿਰੰਕਾਲ ਹੇਤਾ। ਸਤਿਗੁਰੂ ਜੀ ਨੇ ਵਚਨ ਕਹੇ ਕਿ ਗੁਰੂ ਕੇ ਸਿੱਖੋ, ਬਹੁਤ ਹੀ ਜ਼ਿਆਦਾ ਪ੍ਰੇਮ ਦੇ ਸਹਿਤ ਲੰਮਾ ਸਮਾਂ ਗੁਰੂ ਕੀ ਸੰਗਤ ਕਰੋ। ਭਾਵ ਕਿ ਜ਼ਿੰਦਗੀ ਦੇ ਵਿੱਚ ਸਵਾਸਾਂ ਦੇ ਵਿੱਚ ਤੋਂ ਕਹਿਣ ਤੋਂ ਭਾਵ ਕਿ ਇਹਨਾਂ ਸਵਾਸਾਂ ਨੂੰ ਸਫਲੇ ਕਰਨ ਵਾਸਤੇ ਚਿਰ ਸਮਾਂ ਸੰਗਤ ਕਰੋ। ਦਿਨ ਦੇ ਵਿੱਚ ਜੋ ਗੁਰੂ ਕੇ ਸਿੱਖ ਦਾ ਜਦੋਂ ਦਿਨ ਆਰੰਭ ਹੋਵੇ, ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ, ਇਸ਼ਨਾਨ ਪਾਨ, ਗੁਰਬਾਣੀ ਦਾ ਪਾਠ, ਫਿਰ ਗੁਰੂ ਕੀ ਸਤ ਸੰਗਤ ਦੇ ਵਿੱਚ ਨਾਮ ਦਾ ਅਭਿਆਸ, ਕਥਾ ਕੀਰਤਨ ਸਰਵਣ ਕਰੇ ਤੇ ਫਿਰ ਸੰਸਾਰਕ ਕੰਮਾਂ ਵੱਲ ਨੂੰ ਦੌੜੇ। ਤੋ ਕੰਮਕਾਰ ਕਰਦਿਆਂ ਹੋਇਆਂ ਵੀ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪੇ। ਭਾਵ ਕਿ ਚਿਰ ਸਮਾਂ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਦੇ ਵਿੱਚ, ਸੇਵਾ ਸਿਮਰਨ ਦੇ ਵਿੱਚ ਬਤੀਤ ਕਰੇ। ਤੋ ਸੰਸਾਰਕ ਧੰਦੇ ਵੀ ਗੁਰੂ ਕੇ ਸਿੱਖ ਨੇ ਕਰਨੇ ਨੇ, ਪਰ ਬਹੁਤਾ ਸਮਾਂ ਚਿਰ ਸਮਾਂ ਸਤ ਸੰਗਤ ਕਰਦਿਆਂ, ਭਗਤੀ ਕਰਦਿਆਂ, ਸੇਵਾ ਸਿਮਰਨ ਕਰਦਿਆਂ, ਇਹ ਰਸਨਾ ਦੇ ਨਾਲ ਨਾਮ ਜਪਦਿਆਂ ਬਤੀਤ ਕਰੇ। ਹਿਰਦਾ ਸ਼ੁੱਧ ਹੋਵੈ ਭਜੋ ਨਾਮ ਸਵੇਤਾ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜੋ ਸੁੱਧ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ ਨਾ, ਗੁਰੂ ਕੇ ਸਿੱਖਾ ਜਦੋਂ ਨਾਮ ਜਪੇਗਾ ਤੇ ਤੇਰਾ ਹਿਰਦਾ ਵੀ ਸ਼ੁੱਧ ਹੋ ਜਾਵੇਗਾ, ਤੇਰਾ ਹਿਰਦਾ ਵੀ ਪਵਿੱਤਰ ਹੋ ਜਾਵੇਗਾ। ਹਿਰਦਿਆਂ ਨੂੰ ਪਵਿੱਤਰ ਕਰਨ ਵਾਲਾ ਪਵਿੱਤਰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ। ਜੋ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਭਜਨ ਕਰੋ, ਫਿਰ ਹਿਰਦਾ ਵੀ ਪਵਿੱਤਰ ਹੋ ਜਾਵੇਗਾ, ਨਿਰਮਲ ਹੋ ਜਾਵੇਗਾ। ਕਹੇ ਬੈਨ ਐਸੇ ਹਾਂਜੀ ਕਹੇ ਬੈਨ ਐਸੇ ਪਦਮ ਧੋਏ ਦੀਨੀ। ਤੋ ਇਸ ਪ੍ਰਕਾਰ ਦੇ ਬਚਨ ਕਹਿ ਕੇ ਆਪਣੇ ਚਰਨ ਕਮਲਾਂ ਦਾ ਇਸ਼ਨਾਨ ਕਰਵਾ ਕੇ ਤੋ ਸਤਿਗੁਰੂ ਜੀ ਨੇ ਚਰਨ ਪਹੁਲ ਦਿੱਤੀ ਹੈ। ਕਰੀ ਧਰਮਸਾਲੰ ਭਲੀ ਰੀਤ ਚੀਨੀ। ਤੋ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਉਥੋਂ ਦੇ ਲੋਕਾਂ ਨੇ ਧਰਮਸ਼ਾਲਾ ਰਚੀ ਹੈ। ਤੋ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ। ਕੱਲ ਦੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ
ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਇੱਕ ਨਗਰ ਦੇ ਵਿੱਚ ਪ੍ਰਵੇਸ਼ ਹੋਏ ਨੇ ਤੇ ਉਹ ਨਗਰ ਦੇ ਵਿੱਚ ਜਦੋਂ ਰੁੱਖ ਦੇ ਥੱਲੇ ਜਾ ਕੇ ਬੈਠੇ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਇੱਕ ਡੂਮ ਆਇਆ ਹੈ ਮਰਾਸੀ। ਉਹਨੇ ਆ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ 'ਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਗੁਜ਼ਾਰਾ ਬੜਾ ਔਖਾ ਚੱਲਦਾ ਹੈ, ਬੜੀ ਭੁੱਖਮਰੀ ਫੈਲ ਰਹੀ ਹੈ ਇਹ ਦੇਸ਼ ਦੇ ਵਿੱਚ। ਤੋ ਸਤਿਗੁਰੂ ਜੀ ਨੇ ਜਦੋਂ ਉਹਦਾ ਤਰਲਾ ਸੁਣਿਆ, ਸਤਿਗੁਰੂ ਜੀ ਨੇ ਦਇਆ ਕੀਤੀ, ਬਚਨ ਕੀਤਾ ਕਿ ਉਹ ਰੁੱਖ ਦੇ ਸਾਹਮਣੇ, ਰੁੱਖ ਦਾ ਜੋ ਮੁੱਢ ਹੈ ਨਾ, ਉੱਥੇ ਜਾ ਕੇ ਜੋ ਇੱਛਾ ਕਰੇਗਾ ਉਹ ਹੀ ਤੈਨੂੰ ਪ੍ਰਾਪਤ ਹੋ ਜਾਵੇਗਾ। ਮੋਹਰਾਂ ਦੀ ਇੱਛਾ ਕੀਤੀ, ਅਸ਼ਰਫੀਆਂ ਦੀ ਇੱਛਾ ਕੀਤੀ ਉਹਨੇ ਤੇ ਉਹ ਹੀ ਉਹਨੂੰ ਮਿਲ ਗਿਆ। ਬੜਾ ਖੁਸ਼ ਹੋਇਆ। ਉਹਨੇ ਜਾ ਕੇ ਨਗਰ ਦੇ ਵਿੱਚ ਸਤਿਗੁਰੂ ਜੀ ਦੀ ਵਡਿਆਈ ਕੀਤੀ। ਸਤਿਗੁਰੂ ਜੀ ਦੀ ਵਡਿਆਈ ਸੁਣ ਕੇ ਨਗਰ ਦੇ ਲੋਕ ਆਏ, ਆਪੋ ਆਪਣੀ ਬਿਰਥਾ ਦਸੀ ਹੈ। ਤੋ ਗੁਰੂ ਕੇ ਪਿਆਰਿਓ, ਜਿੱਥੋਂ ਜਿੱਥੇ ਵੀ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ, ਕਿਸੇ ਨੂੰ ਕਿਸੇ ਰੁੱਖ ਦੇ ਥੱਲੇ ਭੇਜ ਦਿੱਤਾ, ਕਿਸੇ ਨੂੰ ਕੋਈ ਨਿਸ਼ਾਨੀ ਦੱਸੀ, ਕਿਸੇ ਨੂੰ ਕਿਤੇ ਭੇਜ ਦਿੱਤਾ। ਜਿੱਥੇ ਜਿੱਥੇ ਗਏ, ਜੋ ਜੋ ਉਹਨਾਂ ਨੇ ਇੱਛਾ ਕੀਤੀ ਉਹ ਹੀ ਧਨ ਪਦਾਰਥ ਪ੍ਰਾਪਤ ਹੋਇਆ। ਅਖੀਰ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਪਾਸ ਗੁਰੂ ਕੇ ਚਰਨਾਂ ਦੇ ਭੌਰੇ ਸਨ, ਸੱਚੇ ਸਿੱਖ ਸਨ ਜਿਹੜੇ ਉਹਨਾਂ ਨੇ ਨਾਮ ਦੀ ਦਾਤ ਮੰਗੀ, ਉਹਨਾਂ ਨੂੰ ਨਾਮ ਦੀ ਦਾਤ ਬਖਸ਼ੀ। ਚਰਨਾਂ ਦੀ ਚਰਨ ਪੌਲ ਦੇ ਕੇ ਸਤਿਗੁਰੂ ਜੀ ਨੇ ਆਪਣੇ ਸਿੱਖ ਬਣਾਇਆ ਹੈ। ਉਹਨਾਂ ਨੇ ਗੁਰੂ ਕੀ ਸਿੱਖਿਆ ਧਾਰਨ ਕੀਤੀ। ਇਹ ਪ੍ਰਸੰਗ ਆਪ ਜੀ ਨੇ ਪਿੱਛੇ ਸਰਵਣ ਕੀਤਾ ਹੈ। ਤੋ ਸਤਿਗੁਰੂ ਜੀ ਨੇ ਇਹ ਬਚਨ ਕੀਤਾ ਕਿ ਭਾਈ ਧਰਮਸ਼ਾਲਾ ਰਚੋ। ਧਰਮਸ਼ਾਲਾ ਰਚ ਕੇ ਇੱਥੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪੋ। ਜੇ ਇਕੱਲਾ ਮਾਇਆ ਵੱਲ ਧਿਆਨ ਰਿਹਾ ਤੇ ਇਹਦੇ ਵਿੱਚ ਹੀ ਫਸ ਕੇ ਰਹਿ ਜਾਓਗੇ, ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦੇ ਤੁਸੀਂ। ਇਸ ਕਰਕੇ ਇਹ ਸੰਸਾਰਕ ਧੰਦੇ ਕਰਦਿਆਂ ਕਰਦਿਆਂ ਪ੍ਰਭੂ ਦਾ ਨਾਮ ਜਪਣਾ ਵੀ ਅਤੀ ਜ਼ਰੂਰੀ ਹੈ। ਫਿਰ ਵਿੱਚੇ ਗ੍ਰਸਤ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ। ਗ੍ਰਸਤ ਮਾਰਗ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਉਦਾਸ ਰਹੋਗੇ ਅਤੇ ਜਿਵੇਂ ਕਮਲ ਫੁੱਲ ਪਾਣੀ ਦੇ ਵਿੱਚ ਰਹਿ ਕੇ ਨਿਰਲੇਪ ਰਹਿੰਦਾ ਹੈ। ਪਾਣੀ ਦੀਆਂ ਚਪੇੜਾਂ, ਪਾਣੀ ਦੀਆਂ ਛੱਲਾਂ ਉਹਨੂੰ ਕੁਝ ਨਹੀਂ ਕਹਿੰਦੀਆਂ, ਡੋਬ ਨਹੀਂ ਸਕਦੀਆਂ। ਇਸੇ ਹੀ ਤਰ੍ਹਾਂ ਮੁਰਗਾਈ ਵਾਂਗੂ, ਮੁਰਗਾਈ ਪਾਣੀ ਦੇ ਵਿੱਚ ਡੁੱਬਦੀ ਨਹੀਂ ਹੈ। ਕਮਲ ਫੁੱਲ ਪਾਣੀ ਦੇ ਵਿੱਚ ਰਹਿੰਦਾ ਦਿਨ ਰਾਤ ਪਰ ਡੁੱਬਦਾ ਨਹੀਂ। ਇਸੇ ਹੀ ਤਰ੍ਹਾਂ ਪਦਾਰਥਾਂ ਰੂਪ ਪਾਣੀ ਦੇ ਵਿੱਚ ਗ੍ਰਸਤ ਮਾਰਗ ਦੇ ਵਿੱਚ ਰਹਿੰਦਿਆਂ ਆਪਣਾ ਜੀਵਨ ਸਫਲਾ ਕਰ ਲਵੋਗੇ। ਕਿਤੇ ਦਿਵਸ ਬਾਸੇ ਚੱਲੇ ਆਰ ਦੇਸ਼ਾ। ਸਤਿਗੁਰੂ ਜੀ ਨੇ ਕਿੰਨੇ ਦਿਨ ਵਾਸਾ ਕੀਤਾ ਹੈ ਅਤੇ ਹੋਰ ਅੱਗੇ ਦੇਸ਼ ਨੂੰ ਚਾਲੇ ਪਾ ਦਿੱਤੇ। ਕਲੀ ਕਾਲ ਕੇ ਤਾਰ ਬੇਜਾਹੇ ਬੇਸਾ। ਤੋ ਸਤਿਗੁਰੂ ਜੀ ਨੇ ਇਹ ਲਿਬਾਸ ਕਿਉਂ ਧਾਰਨ ਕੀਤਾ ਹੈ? ਕਲਯੁਗ ਦੇ ਸਮੇਂ ਦੇ ਜੀਵਾਂ ਨੂੰ ਤਾਰਨ ਵਾਸਤੇ ਇਹ ਲਿਬਾਸ ਧਾਰਨ ਕੀਤਾ ਹੈ। ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਲਏ ਸੰਗ ਮੋਕੋ ਚੱਲੇ ਜਾਹੇ ਤੀਨੋ। ਹਾਂਜੀ, ਸਤਿਗੁਰੂ ਜੀ ਦੇ ਬਾਰੇ ਸੰਬੰਧ ਦੇ ਵਿੱਚ ਭਾਈ ਬਾਲਾ ਜੀ ਬਚਨ ਕਰਦੇ ਨੇ ਕਿ ਭਾਈ ਬਾਲਾ ਜੀ ਕਹਿੰਦੇ ਮੈਨੂੰ ਨਾਲ ਲੈ ਕੇ ਤੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਨੇ, ਅਸੀਂ ਤਿੰਨੇ ਹੀ ਜਾ ਰਹੇ ਹਾਂ। ਅਗੰ ਦੰਭ ਭਾਰੋ ਚਿਤੰ ਹੀਣ ਕੀਨੋ। ਹਾਂਜੀ, ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ। ਵੱਡੇ ਵੱਡੇ ਭਾਰੀ ਜਿਹੜੇ ਦੰਭ ਪਖੰਡ ਸੀ ਨਾ, ਉਹਨਾਂ ਦਾ ਨਾਸ ਕਰ ਦਿੱਤਾ ਹੈ ਧਰਤੀ ਦੇ ਉੱਤੋਂ। ਛਿਤੰ ਧਰਤੀ ਨੂੰ ਕਹਿੰਦੇ ਨੇ। ਧਰਤੀ ਦੇ ਉੱਪਰੋਂ ਵੱਡੇ ਵੱਡੇ ਪਖੰਡਾਂ ਦਾ ਨਾਸ ਕਰ ਦਿੱਤਾ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ। ਟੋਟਕ ਛੰਦ ਜਿਹ ਨਾਮ ਮੁਨਾਫਿਕ ਦੇਸ਼ ਹੈ। ਜਿਸ ਦੇਸ਼ ਦਾ ਨਾਮ ਮੁਨਾਫਿਕ ਦੇਸ਼ ਹੈ, ਇਤਿਹਾਸ ਦੇ ਵਿੱਚ ਆਇਆ। ਹਰ ਨਾਮ ਬਹੀਨ ਅਧੀਨ ਰਹਿ। ਹਾਂਜੀ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਦਾ ਵਾਸਤੇ ਸੰਸਾਰਕ ਧੰਦਿਆਂ ਦੇ ਅਧੀਨ ਰਹਿੰਦੇ ਸਨ ਅਤੇ ਇੱਕ ਮਨੁੱਖ ਦੇ ਅਧੀਨ ਹੀ ਸਨ ਉਥੋਂ ਦੇ ਲੋਕ, ਮੁਨਾਫਿਕ ਦੇਸ਼ ਦੇ ਲੋਕ। ਸਤ ਸੰਗਤ ਰੀਤ ਨ ਕਾਨ ਸੁਣੀ। ਤੋ ਸਤ ਸੰਗਤ ਕਰਨ ਦੀ ਰੀਤੀ ਕੰਨਾਂ ਦੇ ਵਿੱਚ ਕਦੇ ਵਾਸਤੇ ਸੁਣੀ ਵੀ ਨਹੀਂ ਸੀ ਉਥੋਂ ਦੇ ਲੋਕਾਂ ਨੇ। ਸਭ ਮੂਰਖ ਮਾਨਵ ਕੋ ਨ ਗੁਨੀ। ਹਾਂਜੀ, ਉਥੋਂ ਦੇ ਜਿਹੜੇ ਮਨੁੱਖ ਨੇ ਨਾ, ਉਥੋਂ ਦੇ ਮਨੁੱਖ ਸਾਰੇ ਮੂਰਖ ਸਨ, ਕੋਈ ਵੀ ਗੁਣੀ ਨਹੀਂ ਸੀ।
ਕਹਿਣ ਤੋਂ ਭਾਵ ਕਿ ਗਿਆਨਵਾਨ ਕੋਈ ਵੀ ਨਹੀਂ ਸੀ। ਕਰਤਾਰ ਨ ਜਾਣਹਿ ਕੌਣ ਕਹਾਂ। ਕੋ ਉੱਥੋਂ ਦੇ ਲੋਕ ਇਹ ਨਹੀਂ ਸਨ ਜਾਣਦੇ ਕਿ ਕਰਤਾਰ ਕੌਣ ਹੈ ਤੇ ਕਿੱਥੇ ਰਹਿੰਦਾ ਹੈ। ਕਰਤਾਰ ਕਿਸ ਨੂੰ ਕਹਿੰਦੇ ਨੇ ਇਹ ਨਹੀਂ ਸਨ ਜਾਣਦੇ ਉੱਥੋਂ ਦੇ ਲੋਕ। ਘਰ ਕਾਜ ਰਚੇ ਤਮ ਮੋਹ ਮਹਾ। ਘਰ ਦੇ ਕੰਮਾਂ ਦੇ ਵਿੱਚ ਤੇ ਮੋਹ ਮਾਇਆ ਦੇ ਹਨੇਰੇ ਦੇ ਵਿੱਚ, ਅਗਿਆਨਤਾ ਦੇ ਹਨੇਰੇ ਦੇ ਵਿੱਚ ਹੀ ਖਚਤ ਸਨ। ਅਗਿਆਨਤਾ ਦੇ ਹਨੇਰੇ ਦੇ ਵਿੱਚ ਹੀ ਸਦਾ ਵਾਸਤੇ ਰਹਿੰਦੇ ਸਨ। ਭਗਤੀ ਬਿਨ ਭੂਲ ਪਵਾਰ ਪਰੇ। ਤੋ ਪਰਮਾਤਮਾ ਦੀ ਭਗਤੀ ਨੂੰ ਭੁੱਲ ਕੇ, ਪਰਮਾਤਮਾ ਦੀ ਭਗਤੀ ਤੋਂ ਬਗੈਰ ਤੋ ਭੁਲੇਖਿਆਂ ਦੇ ਵਿੱਚ ਹੀ ਪਏ ਹੋਏ ਸਨ ਉਹ ਲੋਕ। ਨਰ ਮੂਰਖ ਜੀਨਨ ਨਾਮ ਹਰੇ। ਜੋ ਉਥੋਂ ਦੇ ਲੋਕ ਨੇ ਨਾ ਉਹ ਮੂਰਖ ਸਨ ਅਤੇ ਹਰੀ ਪਰਮਾਤਮਾ ਦੇ ਨਾਮ ਨੂੰ ਭੋਰਾ ਮਾਤਰ ਵੀ, ਕਿਣਕਾ ਮਾਤਰ ਵੀ ਨਹੀਂ ਜਾਣਦੇ ਸਨ। ਕਰੁਣਾ ਕਰ ਹੇਰ ਭਈ ਕਰੁਣਾ। ਕਿਰਪਾ ਦੇ ਖਜ਼ਾਨੇ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਉਹਨਾਂ ਦੀ ਹਾਲਤ ਦੇਖ ਕੇ, ਦਿਵ ਦ੍ਰਿਸ਼ਟੀ ਦੇ ਨਾਲ ਉਹਨਾਂ ਦੀ ਹਾਲਤ ਦੇਖੀ ਤੇ ਸਤਿਗੁਰੂ ਜੀ ਦੇ ਹਿਰਦੇ ਦੇ ਵਿੱਚ ਕਿਰਪਾ ਆ ਗਈ ਕਿ ਇਹਨਾਂ ਦੇ ਉੱਪਰ ਦਇਆ ਕਰਕੇ ਇਹਨਾਂ ਦਾ ਉਧਾਰ ਕਰਨਾ ਚਾਹੀਦਾ ਹੈ। ਇਸ ਦੇਸ਼ ਨ ਕੀਰਤ ਆਚਰਨਾ। ਤੋ ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਇਸ ਦੇਸ਼ ਦੇ ਵਿੱਚ ਪਰਮਾਤਮਾ ਦੀ ਕੀਰਤੀ ਕਰਨ ਵਾਲਾ, ਪਰਮਾਤਮਾ ਦਾ ਜਸ ਕਰਨ ਵਾਲਾ ਆਚਰਣ ਨਹੀਂ ਹੈ ਇਥੋਂ ਦੇ ਲੋਕਾਂ ਦਾ। ਭਾਵ ਕਿ ਪਰਮਾਤਮਾ ਦੀ ਭਗਤੀ ਨਹੀਂ ਕਰਦੇ। ਇਹ ਸੋਹਣਾ ਗੁਣ ਹੈ ਜਿਹੜਾ ਇਹ ਨਹੀਂ ਹੈ ਇਹਨਾਂ ਦੇ ਵਿੱਚ। ਪਰ ਲੋਕ ਹੈ ਕੀ ਸੁਧ ਏਕ ਨਹੀਂ। ਤੇ ਨਾ ਹੀ ਇਹਨਾਂ ਨੂੰ ਪਰਲੋਕ ਦੀ ਸੁਧ ਹੈ ਕਿ ਪਰਲੋਕ ਦੇ ਵਿੱਚ ਜਾ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਦੁੱਖ ਸਹਾਰਨੇ ਪੈਣਗੇ ਜੇ ਪਰਮਾਤਮਾ ਦੀ ਭਗਤੀ ਨਾ ਕੀਤੀ। ਸਭ ਨਾਰਕ ਜਾਵਹਿ ਦੁਖ ਸਹੀ। ਸਾਰੇ ਨਰਕ ਦੇ ਵਿੱਚ ਜਾਣਗੇ ਤੇ ਦੁੱਖ ਸਹਾਰਨਗੇ ਬਹੁਤਾ ਜ਼ਿਆਦਾ। ਵਿਖ ਏਕ ਕਿਦਾਰ ਉਦਾਰ ਤਹਾਂ। ਤੋ ਸਤਿਗੁਰੂ ਜੀ ਨੇ ਦੇਖਿਆ ਕਿ ਇੱਕ ਖੇਤ ਹੈ। ਖੇਤ ਦਾਤੇ ਸਤਿਗੁਰੂ ਜੀ ਨੇ ਦੇਖਿਆ ਕਿ ਇੱਕ ਖੇਤ ਬੜਾ ਸੁੰਦਰ ਹੈ। ਗੁਰ ਬੈਠ ਗਏ ਤਟ ਤਾਹਿ ਜਹਾਂ। ਉਹ ਜਿਹੜਾ ਖੇਤ ਹੈ ਨਾ, ਸੋਹਣੇ ਖੇਤ ਦੇ ਕਿਨਾਰੇ ਦੇ ਉੱਪਰ, ਕੰਢੇ ਦੇ ਉੱਪਰ ਸਤਿਗੁਰੂ ਜੀ ਬੈਠ ਗਏ ਨੇ। ਬੰਨੇ ਦੇ ਉੱਤੇ ਇੱਕ ਪਾਸੇ ਇਕ ਠਾਕਰ ਇੰਦਨ ਧੂਮ ਕਿਓ। ਹਾਂਜੀ, ਇਕ ਠਾਕਰ ਇੰਦਨ ਧੂਮ ਕਿਓ। ਹਾਂਜੀ, ਜੋ ਜਿਹੜੀਆਂ ਲੱਕੜਾਂ ਨੇ ਜਾਂ ਤੀਲੇ ਜਏ, ਕੱਖ ਜਏ ਇਕੱਠੇ ਕਰਕੇ ਤੇ ਧੂਆਂ ਕਰ ਦਿੱਤਾ ਹੈ। ਦਰਵੇਸ਼ ਬੇਸ਼ ਸਰੀਰ ਲਿਓ। ਤੋ ਸਤਿਗੁਰੂ ਜੀ ਨੇ ਦਰਵੇਸ਼ਾਂ ਵਾਲਾ ਲਿਬਾਸ ਧਾਰਨ ਕੀਤਾ ਹੈ। ਭਾਵ ਕਿ ਸਾਧੂਆਂ ਵਾਲਾ ਲਿਬਾਸ ਧਾਰਨ ਕਰਕੇ ਉਹ ਦੇਸ਼ ਦੇ ਵਿੱਚ ਗਏ ਹਨ। ਇਸ ਦੇਸ਼ ਕੁਰੀਤ ਹੁਤੀ ਜੋ ਸੁਨੋ। ਤੋ ਗੁਰੂ ਕੇ ਸਿੱਖੋ, ਉਸ ਦੇਸ਼ ਦੇ ਵਿੱਚ ਜਿਹੜੀ ਖੋਟੀ ਰੀਤੀ ਚੱਲਦੀ ਸੀ ਨਾ, ਉਹ ਧਿਆਨ ਦੇ ਸਹਿਤ ਸੁਣਨਾ ਕਰੋ ਜੀ। ਚਿਤ ਪਾਲਕ ਪੂਜਹਿ ਰਾਮ ਮਨੋ। ਤੋ ਜਿਹੜੇ ਉੱਥੋਂ ਦੇ ਲੋਕ ਨੇ ਨਾ, ਉੱਥੋਂ ਦੇ ਰਾਜੇ ਨੂੰ ਰਾਮ ਕਰਕੇ ਪੂਜਦੇ ਨੇ। ਭਾਵ ਕਿ ਜਿਵੇਂ ਪਰਮਾਤਮਾ ਦੀ ਪੂਜਾ ਕਰੀਦੀ ਹੈ ਨਾ, ਇਸੇ ਹੀ ਤਰ੍ਹਾਂ ਉਥੋਂ ਦੇ ਰਾਜੇ ਦੀ ਪੂਜਾ ਕਰਦੇ ਸਨ ਲੋਕ। ਬਰਖਾ ਜਬ ਚਾਹੇ ਖੇਤ ਹਿਤੰ। ਜਦੋਂ ਖੇਤਾਂ ਵਾਸਤੇ, ਖੇਤਾਂ ਨੂੰ ਹਰੇ ਭਰੇ ਰੱਖਣ ਵਾਸਤੇ ਵਰਖਾ ਦੀ ਲੋੜ ਹੁੰਦੀ ਸੀ, ਮੀਂਹ ਦੀ ਲੋੜ ਹੁੰਦੀ ਸੀ। ਜਦੋਂ ਸਭ ਜਾਚਹਿ ਜਾਏ ਜਹਾਂ ਨਿਰਪਤੰ। ਜਿੱਥੇ ਰਾਜਾ ਹੈ ਨਾ, ਰਾਜੇ ਦੇ ਮਹਿਲ ਦੇ ਵਿੱਚ ਜਾ ਕੇ ਤੇ ਰਾਜੇ ਦੇ ਪਾਸੋਂ ਮੰਗਦੇ ਸਨ ਕਿ ਰਾਜਨ ਖੇਤ ਸੁੱਕਦੇ ਜਾ ਰਹੇ ਨੇ, ਮੀਂਹ ਦੀ ਬਹੁਤ ਜ਼ਿਆਦਾ ਲੋੜ ਹੈ। ਇਹ ਰਾਜੇ ਦੇ ਪਾਸ ਜਾ ਕੇ ਪੁਕਾਰ ਕਰਿਆ ਕਰਦੇ ਸਨ ਲੋਕ। ਮੁਖ ਜਾਪ ਸੁਰੇਸ਼ ਨਰੇਸ਼ ਕਰੈ। ਜਿਹੜਾ ਉੱਥੋਂ ਦਾ ਰਾਜਾ ਹੈ ਨਾ, ਉੱਥੋਂ ਦਾ ਰਾਜਾ ਆਪਣੇ ਮੁਖ ਦੇ ਵਿੱਚੋਂ ਅਨੇਕਾਂ ਮੰਤਰਾਂ ਦਾ ਜਾਪ ਕਰਦਾ ਸੀ। ਜਬ ਮੰਤਰ ਪੜੈ ਬਰਖਾ ਸੋ ਪਰੈ। ਜਦੋਂ ਮੰਤਰ ਪੜਦਾ ਰਾਜਾ ਤੇ ਉਸ ਸਮੇਂ ਮੀਂਹ ਪਾ ਦਿਆ ਕਰਦਾ ਸੀ ਖੇਤੀ ਹਰੀ ਭਰੀ ਕਰਨ ਵਾਸਤੇ। ਕ੍ਰਿਸ਼ ਕਾਰਜ ਹੋਏ ਨਿਭਾਹੇ ਅਸੰਗ। ਤੋ ਇਸ ਪ੍ਰਕਾਰ ਖੇਤੀ ਹਰੀ ਹੋ ਜਾਂਦੀ ਸੀ ਤੇ ਲੋਕਾਂ ਦਾ ਨਿਰਵਾਹ ਇਸੇ ਤਰ੍ਹਾਂ ਹੀ ਹੋ ਰਿਹਾ ਸੀ ਹੁਣ ਤੱਕ। ਬਿਨ ਭੂਪਲ ਖੈ ਨਹਿ ਔਰ ਕਿਸੰ। ਰਾਜੇ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਸਨ।
ਰਾਜੇ ਨੂੰ ਹੀ ਉਥੋਂ ਦੇ ਲੋਕ ਰੱਬ ਸਮਝ ਰਹੇ ਸਨ। ਜਿਸ ਬਾਸੁਰ ਤੇ ਗੁਰ ਬੈਠ ਗਏ, ਜਿਹੜੇ ਦਿਨ ਤੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਬੈਠ ਗਏ, ਤਬ ਤੇ ਜਲ ਮੇਘ ਨ ਫੇਰ ਪਏ। ਜਿਹੜੇ ਦਿਨ ਤੋਂ ਸਤਿਗੁਰੂ ਜੀ ਜਾ ਕੇ ਬੈਠ ਗਏ ਉਸ ਦਿਨ ਤੋਂ ਬਾਅਦ ਮੀਂਹ ਪੈਣਾ ਬੰਦ ਹੋ ਗਿਆ ਹੈ। ਕ੍ਰਿਸ਼ ਸੂਕ ਚੱਲੀ ਬਿਨ ਨੀਰਜ ਬੈ, ਪਾਣੀ ਤੋਂ ਬਿਨਾਂ ਜਿਹੜੀ ਖੇਤੀ ਹੈ ਨਾ, ਫਸਲ ਬੀਜੀ ਹੋਈ ਉਹ ਸੁੱਕ ਚੱਲੀ ਹੈ। ਸਭ ਲੋਕ ਗਏ ਨ੍ਰਿਪ ਪਾਸ ਤਬੈ, ਸਾਰੇ ਲੋਕ ਰਾਜੇ ਦੇ ਪਾਸ ਗਏ ਹਨ ਇਕੱਠੇ ਹੋ ਕੇ। ਬਰਖਾ ਬਿਨ ਸੁਕਤ ਖੇਤ ਹਰੇ, ਕਹਿਣ ਲੱਗੇ ਕਿ ਰਾਜਨ ਮੀਂਹ ਪਏ ਨੂੰ ਬੜਾ ਸਮਾਂ ਹੋ ਗਿਆ ਏ ਤੇ ਮੀਂਹ ਤੋਂ ਬਿਨਾਂ ਖੇਤੀ ਸੁੱਕ ਚੱਲੀ ਹੈ, ਫਸਲ ਸੁੱਕ ਚੱਲੀ ਹੈ। ਕਹੋ ਵਾਕ ਤਰਾ ਪਰ ਮੇਹ ਪਰੇ, ਹੇ ਰਾਜਨ ਇਹ ਬਚਨ ਕਰੋ, ਮੰਤਰ ਪੜੋ ਜਿਸ ਕਰਕੇ ਧਰਤੀ ਦੇ ਉੱਪਰ ਮੀਂਹ ਬਹੁਤਾ ਜ਼ਿਆਦਾ ਪਵੇ। ਸੁਨ ਭੂਪ ਉਚਾਰਣ ਮੰਤਰ ਕਿਓ, ਰਾਜੇ ਨੇ ਲੋਕਾਂ ਦੀ ਬੇਨਤੀ ਸੁਣ ਕੇ ਤੇ ਜਿਹੜੇ ਪਹਿਲਾ ਮੰਤਰ ਉਚਾਰਨ ਕਰਦਾ ਸੀ ਨਾ, ਉਹ ਹੀ ਮੰਤਰਾਂ ਨੂੰ ਉਚਾਰਨ ਕੀਤਾ ਰਾਜੇ ਨੇ। ਕਹਿ ਬੈਨ ਰਹਿਓ ਨਹਿ ਮੇਹ ਪਇਓ, ਰਾਜੇ ਨੇ ਬਹੁਤ ਜ਼ਿਆਦੀਆਂ ਵਿਧੀਆਂ ਦੇ ਨਾਲ ਮੰਤਰ ਉਚਾਰਨ ਕੀਤੇ ਪਰ ਮੀਂਹ ਨਹੀਂ ਪੈ ਰਿਹਾ ਹੈ। ਪਤਾ ਨਹੀਂ ਕੀ ਕਾਰਨ ਹੋ ਗਿਆ, ਰਾਜਾ ਇਹ ਜਾਣਦਾ ਨਹੀਂ ਤੇ ਨਾ ਹੀ ਲੋਕਾਂ ਨੂੰ ਪਤਾ ਹੈ। ਨਰ ਤੀਸਰ ਬਾਸੁਰ ਪੇਰ ਗਏ, ਤੀਸਰੇ ਦਿਨ ਲੋਕ ਇਕੱਠੇ ਹੋ ਕੇ ਰਾਜੇ ਦੇ ਪਾਸ ਫੇਰ ਦੁਬਾਰਾ ਗਏ ਨੇ। ਸਭ ਲੋਕ ਚਹੈ ਨਹਿ ਮੇਹ ਪਏ, ਸਾਰੇ ਲੋਕ ਚਾਹੁੰਦੇ ਨੇ ਪਰ ਮੀਂਹ ਨਹੀਂ ਪੈਂਦਾ ਹੈ ਉਹਨਾਂ ਦੇ ਖੇਤਾਂ ਦੇ ਵਿੱਚ। ਉਪਚਾਰ ਨ ਕੂਪ ਨਦੀ ਜਲ ਕੋ, ਨਾ ਹੀ ਉੱਥੇ ਕੋਈ ਖੂਹ ਹੈ ਨਾ ਕੋਈ ਨਦੀ ਆਉਂਦੀ ਹੈ ਨੇੜੇ ਤੇੜੇ, ਤੋਂ ਕੋਈ ਵੀ ਯਤਨ ਨਹੀਂ ਕਰ ਸਕਦੇ ਫਸਲਾਂ ਨੂੰ ਹਰੇ ਭਰੇ ਰੱਖਣ ਦਾ। ਨਿਤ ਆਸ ਆਕਾਸ਼ ਮਹੀ ਤਲ ਕੋ, ਤੋ ਨਿਤਾ ਪ੍ਰਤੀ ਆਸ ਇਹੋ ਹੀ ਸੀ ਕਿ ਆਕਾਸ਼ ਦੇ ਵਿੱਚ ਬੱਦਲ ਆਵੇ, ਮੀਂਹ ਪਵੇ ਬਹੁਤਾ ਜ਼ਿਆਦਾ ਤੇ ਉਹ ਮੀਂਹ ਦੇ ਨਾਲ ਖੇਤੀ ਹਰੀ ਭਰੀ ਹੋਵੇ। ਸੁਨ ਭੂਪ ਕਹੇ ਨਹਿ ਚਿੰਤ ਕਰੋ, ਰਾਜਾ ਉਹਨਾਂ ਲੋਕਾਂ ਦੀਆਂ ਗੱਲਾਂ ਸੁਣ ਕੇ, ਉਹਨਾਂ ਦੀਆਂ ਫਿਕਰਮੰਦ ਗੱਲਾਂ ਸੁਣ ਕੇ ਰਾਜਾ ਕਹਿਣ ਲੱਗਾ ਕਿ ਚਿੰਤਾ ਨਾ ਕਰੋ ਤੁਸੀਂ ਕੋਈ, ਬਰਖਾ ਬਰਖੈ ਔਰ ਧੀਰ ਤਰੋ, ਹਿਰਦੇ ਦੇ ਵਿੱਚ ਧੀਰਜ ਧਾਰਨ ਕਰੋ, ਮੀਂਹ ਬਹੁਤਾ ਜ਼ਿਆਦਾ ਪਵੇਗਾ। ਤਬ ਮਾਨਵ ਜੋ ਨਿਜ ਐਨ ਗਏ, ਜਿਹੜੇ ਮਨੁੱਖ ਆਪੋ ਆਪਣੇ ਘਰਾਂ ਦੇ ਵਿੱਚ ਗਏ ਸਨ, ਪੁਨ ਦਿਓਸ 6-7 ਬਤੀਤ ਪਏ, ਤੋ ਰਾਜੇ ਦੀ ਗੱਲ ਸੁਣ ਕੇ ਲੋਕ ਫੇਰ ਆਪਣੇ ਘਰਾਂ ਨੂੰ ਚਲੇ ਗਏ। ਦੂਜੇ ਤੀਜੇ ਦਿਨ ਦੇ ਬਾਅਦ ਫੇਰ ਰਾਜੇ ਦੇ ਕੋਲ ਆ ਗਏ ਨੇ। ਬਹੁ ਬਾਰ ਅਰਾਧ ਰਹਿਓ ਮਗਵਾ, ਰਾਜਾ ਵੀ ਬਹੁਤ ਜ਼ਿਆਦਾ ਆਰਾਧਨਾ ਕਰਦਾ ਰਿਹਾ ਹੈ, ਦੇਵਤਿਆਂ ਦੀ ਆਰਾਧਨਾ ਕਰਦਾ ਰਿਹਾ, ਇੰਦਰ ਦੇਵਤੇ ਦੀ ਆਰਾਧਨਾ ਕਰਦਾ ਰਿਹਾ ਰਾਜਾ, ਪਰ ਮੀਂਹ ਫੇਰ ਵੀ ਨਹੀਂ ਪੈਂਦਾ ਹੈ, ਪਤਾ ਨਹੀਂ ਕੀ ਕਾਰਨ। ਨ੍ਰਿਪਤੇ ਨਹਿ ਬੂੰਦ ਪਰੈ ਲਗਵਾ, ਰਾਜੇ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ, ਬੜੇ ਵਿਧੀਆਂ ਦੇ ਸਹਿਤ ਮੰਤਰ ਪੜ੍ਹੇ ਪਰ ਥੋੜਾ ਜਿੰਨਾ ਵੀ ਇੱਕ ਬੂੰਦ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ ਹੈ। ਔਰ ਧੀਰ ਟਰਾ ਨਰ ਚਿੰਤ ਗਹੇ, ਲੋਕਾਂ ਦੇ ਹਿਰਦੇ ਦੇ ਵਿੱਚੋਂ ਧੀਰਜ ਨਹੀਂ ਰਿਹਾ, ਲੋਕਾਂ ਦੇ ਹਿਰਦੇ ਦੇ ਵਿੱਚ ਧੀਰਜ ਨਹੀਂ ਰਿਹਾ, ਬਹੁਤ ਜ਼ਿਆਦਾ ਚਿੰਤਾ ਤੁਰ ਹੋ ਗਏ ਨੇ ਸਾਰੇ। ਕ੍ਰਿਸ਼ ਸੂਕ ਚੱਲੇ ਨਾ ਉਪਾਵ ਅਹੇ, ਕਹਿਣ ਲੱਗੇ ਕਿ ਕੋਈ ਵੀ ਯਤਨ ਨਹੀਂ ਬਣ ਆਉਂਦਾ ਹੈ, ਜਿਹੜੀ ਖੇਤੀ ਹੈ ਹਰੀ ਭਰੀ ਖੇਤੀ ਸੀ ਜਿਹੜੀ ਉਹ ਸੁੱਕ ਚੱਲੀ ਹੈ। ਜਿਹੇ ਖੇਤ ਸਮੀਪ ਗੁਰੂ ਬਰਦਾ, ਤੇ ਉਹ ਜਿਸ ਖੇਤ ਦੇ ਪਾਸ ਵਰਾਂ ਦੇ ਦਾਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ਼ੋਭਾ ਪਾ ਰਹੇ ਸਨ, ਜਿੱਥੇ ਸਤਿਗੁਰੂ ਜੀ ਨੇ ਚਰਨ ਪਾਏ, ਤੇ ਮਾਲਿਕ ਆਏ ਬਿਸੂਰ ਸਦਾ, ਬਹੁਤਾ ਜ਼ਿਆਦਾ ਝੂਰਦਾ ਹੋਇਆ ਉਹ ਖੇਤ ਦਾ ਮਾਲਕ ਆ ਗਿਆ ਹੈ। ਘਟ ਕੀ ਲਖ ਕੈ ਗੁਰ ਬੈਨ ਪਲੰ, ਉਹਦੇ ਹਿਰਦੇ ਦੀ ਵੇਦਨਤਾ ਜਾਣ ਕੇ, ਉਹਦੇ ਹਿਰਦੇ ਦੀ ਪੀੜਾ ਜਾਣ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਭਾਇਮਾਨ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ। ਚਿਤ ਮੈਂ ਬਹੁ ਚਿੰਤ ਪਇਓ ਬਿਮਨੰ, ਤੋ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਤੂੰ ਚਿੱਤ ਦੇ ਵਿੱਚ ਚਿੰਤਾ ਤੁਰ ਕਿਉਂ ਹੋਇਆ ਹੈ। ਕਹਿਣ ਤੋਂ ਭਾਵ ਕਿ ਤੇਰੇ ਚਿਹਰੇ ਤੋਂ ਐਵੇਂ ਪ੍ਰਤੀਤ ਹੁੰਦਾ ਹੈ
ਕਿ ਤੇਰੇ ਹਿਰਦੇ ਦੇ ਵਿੱਚ ਬਹੁਤ ਜ਼ਿਆਦੀ ਚਿੰਤਾ ਹੈ। ਕਹੋ ਕਾਰਨ ਕੌਣ ਤੁਮੈ ਦੁਖ ਕੋ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਦੱਸਣਾ ਕਰ, ਕਿਹੜੇ ਕਾਰਨ ਕਰਕੇ ਇੰਨਾ ਦੁੱਖ ਹੈ ਤੈਨੂੰ। ਦਿਲਗੀਰ ਦਿਖੋ ਨਾ ਖੁਸ਼ੀ ਮੁਖ ਕੋ। ਤੂੰ ਬਹੁਤਾ ਜ਼ਿਆਦਾ ਹਿਰਦਾ ਤੇਰਾ ਦਿਲਗੀਰ ਲੱਗਦਾ ਹੈ। ਕਿਹੜਾ ਦੁੱਖ ਹੈ ਤੇਰੇ ਹਿਰਦੇ ਦੇ ਵਿੱਚ, ਕੀ ਦੁੱਖ ਹੈ, ਕਿਹੜੀ ਚਿੰਤਾ ਲੱਗੀ ਤੈਨੂੰ। ਸੁਨ ਸੰਤ ਕਹੋ ਬਿਰਥਾ ਮਨ ਕੀ। ਤੋ ਸਤਿਗੁਰੂ ਜੀ ਨੂੰ ਦੋਨੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਹੇ ਸੰਤ ਜਨੋ, ਧਿਆਨ ਦੇ ਸਹਿਤ ਸੁਣੋ। ਮੈਂ ਆਪਣੀ ਜੋ ਬਿਰਥਾ ਹੈ ਨਾ, ਮੇਰੀ ਜਿਹੜੀ ਪੀੜਾ ਹੈ ਹਿਰਦੇ ਦੀ, ਉਹ ਮੈਂ ਤੁਹਾਨੂੰ ਦੱਸ ਰਿਹਾ ਹਾਂ, ਕਿਰਪਾ ਕਰਕੇ ਸੁਣੋ ਜੀ। ਸਭ ਆ ਸਤ ਜੀ ਜਗ ਜੀਵਨ ਕੀ। ਤੋ ਜਿੰਨੇ ਵੀ ਲੋਕ ਨੇ ਨਾ, ਨਗਰ ਦੇ ਨੇੜੇ ਤੇੜੇ ਦੇ ਲੋਕਾਂ ਨੇ ਜੀਵਨ ਦੀ ਆਸ ਛੱਡ ਦਿੱਤੀ ਹੈ। ਇਹ ਪ੍ਰਤੀਤ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੀਂਹ ਨਾ ਪਿਆ ਤੇ ਦੇਸ਼ ਦੇ ਵਿੱਚ ਕਾਲ ਪੈ ਜਾਵੇਗਾ। ਤੇ ਇਸੇ ਹੀ ਤਰ੍ਹਾਂ ਲੋਕ ਭੁੱਖ ਦੇ ਸਹਿਤ ਵਿਲਕਦਿਆਂ ਹੀ ਮਰ ਜਾਣਗੇ। ਬਰਖਾ ਨਾ ਪਰੈ ਦੁਰ ਪਿੱਛ ਪਰਾ। ਜਦੋਂ ਮੀਂਹ ਨਾ ਪਿਆ ਤੇ ਫਿਰ ਕਾਲ ਪੈ ਜਾਵੇਗਾ। ਰਿਖ ਸੂਕ ਚੱਲੀ ਬਿਨ ਨੀਰ ਤਰਾ। ਤੋ ਜਿਹੜੀ ਖੇਤੀ ਹੈ ਨਾ, ਇਹ ਪਾਣੀ ਤੋਂ ਬਿਨਾ ਸੁੱਕ ਚੱਲੀ ਹੈ। ਯਤ ਭੂਪ ਪ੍ਰਜਾ ਸਭ ਚਿੰਤ ਕਰੈ। ਰਾਜਾ ਅਤੇ ਜਿਹੜੇ ਪ੍ਰਜਾ ਦੇ ਲੋਕ ਨੇ, ਸਾਰੇ ਹੀ ਇਹ ਬਹੁਤ ਜ਼ਿਆਦੀ ਚਿੰਤਾ ਕਰ ਰਹੇ ਨੇ। ਨਹਿ ਪਾਏ ਉਪਾਏ ਜੇ ਧੀਰ ਧਰੈ। ਕੋਈ ਵੀ ਉਪਾਅ ਨਹੀਂ ਮਿਲਦਾ, ਕੋਈ ਵੀ ਯਤਨ ਨਹੀਂ ਮਿਲਦਾ ਜਿਹੜਾ ਯਤਨ ਕਰਕੇ ਅਤੇ ਧੀਰਜ ਦੇ ਸਹਿਤ ਹੋ ਜਾਈਏ। ਧੀਰਜ ਕਿਵੇਂ ਆਵੇ ਜਦੋਂ ਕੋਈ ਯਤਨ ਹੀ ਨਹੀਂ ਲੱਭਦਾ। ਕਿਹੜੇ ਕਾਰਨ ਕਰਕੇ ਖੇਤੀ ਹਰੀ ਭਰੀ ਹੋਵੇ, ਮੀਂਹ ਪੈਂਦਾ ਨਹੀਂ ਹੈ, ਹੋਰ ਕਿਸੇ ਵੀ ਤਰ੍ਹਾਂ ਕੋਈ ਕਾਰਨ ਨਹੀਂ ਹੈ ਜਿਸ ਕਰਕੇ ਖੇਤੀ ਹਰੀ ਭਰੀ ਰਹੇ। ਕਹਿ ਸ੍ਰੀ ਗੁਰ ਪੂਰਬ ਕੌਣ ਬਿਦੰ। ਸਤਿਗੁਰੂ ਜੀ ਪੁੱਛਣ ਲੱਗੇ ਕਿ ਹੇ ਭਾਈ ਦੱਸਣਾ ਕਰ ਕਿ ਕਿਹੜੀ ਵਿਧੀ ਦੇ ਨਾਲ ਤੁਸੀਂ ਪਹਿਲਾਂ ਮੀਂਹ ਪਵਾਇਆ ਕਰਦੇ ਸੀ। ਜਹੇ ਤੇ ਬਰਖੇ ਜਲ ਧਾਰ ਅਦੰ। ਜਿਹੜੇ ਯਤਨ ਕਰਕੇ ਤੁਸੀਂ ਮੀਂਹ ਪਾਉਂਦੇ ਸੀ, ਭਾਵ ਕਿ ਬਹੁਤਾ ਜ਼ਿਆਦਾ ਵਰਖਾ ਹੁੰਦੀ ਸੀ, ਮੀਂਹ ਪੈਂਦਾ ਸੀ, ਉਹ ਕਿਹੜਾ ਯਤਨ ਕਰਦੇ ਹੁੰਦੇ ਸੀ, ਉਹ ਸਾਨੂੰ ਦੱਸਣਾ ਕਰ। ਸੁਨ ਸੰਤੋ ਆਦ ਭੁਪਾਲ ਕਹੇ। ਹਾਂਜੀ, ਕਹਿਣ ਲੱਗਿਆ ਕਿ ਇਹ ਸੰਤ ਜੀ, ਪਹਿਲੇ ਸਮੇਂ ਦੇ ਵਿੱਚ ਜਦੋਂ ਮੀਂਹ ਪਾਉਣ ਦੀ ਲੋੜ ਹੁੰਦੀ ਸੀ ਨਾ, ਮੀਂਹ ਦੀ ਲੋੜ ਹੁੰਦੀ ਸੀ, ਖੇਤੀ ਸੁੱਕਣ ਲੱਗਦੀ ਸੀ ਤੇ ਅਸੀਂ ਰਾਜੇ ਦੇ ਪਾਸ ਜਾ ਕੇ ਬੇਨਤੀ ਕਰਦੇ ਸੀ। ਰਾਜਾ ਮੀਂਹ ਪਵਾ ਦਿਆ ਕਰਦਾ ਸੀ। ਬਰਖਾ ਸੋ ਪਰੈ ਜਬ ਚਾਹ ਅਹੇ। ਜਦੋਂ ਵੀ ਸਾਡੀ ਇੱਛਾ ਹੁੰਦੀ ਉਸ ਸਮੇਂ ਮੀਂਹ ਪੈ ਜਾਂਦਾ ਸੀ। ਬਹੁ ਵਾਰ ਕਹਿਓ ਅਬ ਨਾਹਿ ਪਰੈ। ਬਹੁਤ ਵਾਰ ਰਾਜੇ ਨੇ ਮੰਤਰ ਪੜ੍ਹ ਲਏ ਨੇ, ਰਾਜੇ ਨੂੰ ਬੜੀ ਵਾਰ ਜਾ ਕੇ ਅਸੀਂ ਕਹਿ ਦਿੱਤਾ ਏ, ਪਰ ਹੁਣ ਨਹੀਂ ਮੀਂਹ ਪੈਂਦਾ। ਵਿਪਰੀਤ ਭਈ ਨਹਿ ਬੈਨ ਫੁਰੈ। ਪਤਾ ਨਹੀਂ ਕੀ ਕਾਰਨ ਹੋਇਆ ਏ, ਖੋਟੀ ਰੀਤੀ ਹੋ ਗਈ, ਉਲਟੀ ਰੀਤੀ ਹੋ ਗਈ ਹੈ, ਜਿਹੜੇ ਕਰਕੇ ਮੀਂਹ ਨਹੀਂ ਪੈਂਦਾ ਹੁਣ। ਵਿਪਰੀਤ ਭਈ ਨਹਿ ਬੈਨ ਫੁਰੈ। ਰਾਜੇ ਦੇ ਜਿਹੜੇ ਬਚਨ ਨੇ ਨਾ, ਉਹ ਹੁਣ ਫੁਰਦੇ ਨਹੀਂ। ਰਾਜੇ ਦੇ ਪੜ੍ਹੇ ਹੋਏ ਮੰਤਰ ਕੰਮ ਨਹੀਂ ਕਰਦੇ। ਰਾਜੇ ਦੇ ਮੰਤਰ ਨਕਾਰੇ ਹੋ ਗਏ ਨੇ, ਕਾਰਾਗਰ ਨਹੀਂ ਗੇ ਕਿਸੇ ਵੀ ਤਰ੍ਹਾਂ। ਲਖ ਰੀਤ ਪ੍ਰੀਤ ਬਨੀ ਦੁਚਿੱਤੀ। ਹਾਂਜੀ, ਦੁਚਿੱਤੀ ਵਾਲਾ ਮਾਹੌਲ ਹੈ ਹੁਣ। ਬਹੁਤੀ ਜ਼ਿਆਦੀ ਦੁਬਿਧਾ ਪੈ ਗਈ ਹੈ। ਲੱਖ ਰੀਤ ਕੁਰੀਤ ਬਨੀ ਦੁਚਿੱਤੀ। ਹਾਂਜੀ, ਕੁਰੀਤੀ ਹੋ ਗਈ ਹੈ। ਪਹਿਲਾਂ ਜਿਹੜੀ ਰੀਤੀ ਚੱਲਦੀ ਸੀ ਨਾ, ਉਹ ਹੀ ਸਾਡੇ ਵਾਸਤੇ ਕੁਰੀਤੀ ਹੋ ਗਈ ਹੈ ਤੇ ਦੁਚਿੱਤੀ ਵਾਲੀ ਗੱਲ ਬਣ ਗਈ ਹੈ। ਚਿਤਪਾਲ ਨ ਆਨਨ ਕਾਂਤ ਰਤੀ। ਤੋ ਜਿਹੜਾ ਰਾਜਾ ਹੈ ਨਾ, ਰਾਜਾ, ਉਹਦੀ ਕਹੀ ਹੋਈ ਗੱਲ ਹੁਣ ਫੁਰਦੀ ਨਹੀਂ ਹੈ। ਜੋ ਰਾਜਾ ਮੁਖ ਦੇ ਵਿੱਚੋਂ ਮੰਤਰ ਉਚਾਰਨ ਕਰਦਾ ਤੇ ਉਹਦੇ ਮੰਤਰ ਜਿਹੜੇ ਨੇ ਉਹ ਫਲੀਭੂਤ ਨਹੀਂ ਹੁੰਦੇ, ਭਾਵ ਕਿ ਪਤਾ ਨਹੀਂ ਕੀ ਕਾਰਨ ਹੋ ਗਿਆ। ਰਾਜੇ ਦੇ ਕਹੇ ਹੋਏ ਮੰਤਰ
ਉਹਨਾਂ ਦੇ ਵਿੱਚ ਤਾਕਤ ਹੀ ਨਹੀਂ ਰਹਿ ਗਈ ਹੈ। ਗੁਰਬਾਕ ਕਹੇ ਕਰਤਾਰ ਭਜੋ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਤੁਸੀਂ ਤਾਂ ਰਾਜੇ ਨੂੰ ਹੀ ਆਪਣਾ ਇਸ਼ਟ ਮੰਨਿਆ ਹੋਇਆ ਏ। ਕਰਤਾਰ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਭਜਨ ਕਰੋ, ਉਹਦੀ ਬੰਦਗੀ ਕਰੋ, ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਓ ਆਪਣੇ ਮੁਖ ਤੋਂ। ਚਿਤ ਪਾਲਕ ਕੀ ਸ਼ਰਦਾ ਸੋ ਤਜੋ। ਜਿਹੜੇ ਰਾਜੇ ਦੇ ਉੱਪਰ ਤੁਸੀਂ ਸ਼ਰਧਾ ਰੱਖੀ ਹੈ ਨਾ, ਉਹ ਛੱਡ ਦੇਣਾ ਕਰੋ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਵੀ ਬਚਨ ਨੇ ਨਾ ਕਿ ਸਤਿਗੁਰ ਪੁਰਖ ਤਿਆਗ ਕੈ ਮਨਮੁਖ ਹੋਏ ਬੰਦੇ ਦਾ ਬੰਦਾ। ਸਤਿਗੁਰੂ ਜੀ ਨੂੰ ਛੱਡ ਕੇ ਤੇ ਬੰਦਾ ਇੱਕ ਬੰਦੇ ਦੇ ਉੱਪਰ ਹੀ ਸ਼ਰਧਾ ਰੱਖਣ ਲੱਗ ਪੈਂਦਾ ਹੈ। ਜਿਵੇਂ ਬਚਨ ਆਉਂਦੇ ਨੇ ਇਤਿਹਾਸ ਦੇ ਵਿੱਚ ਕਿ ਦਾਦੂ ਦੁਨੀਆ ਬਾਬਰੀ ਕਹਿ ਚਾਮ ਕੋ ਰਾਮ, ਪੂਛ ਮਰੋੜੈ ਬੈਲ ਕੀ ਕੱਢ ਹੈ ਆਪਣਾ ਕਾਮ। ਐਸੀ ਹਾਲਤ ਹੈ ਦੁਨੀਆ ਬੌਰੀ ਹੈ, ਕਮਲੀ ਹੈ। ਚੰਮ ਦੇ ਇਨਸਾਨ ਨੂੰ ਹੀ ਰਾਮ ਕਹਿਣ ਲੱਗ ਪੈਂਦੀ ਹੈ। ਭਾਵ ਕਿ ਇੱਕ ਬੰਦੇ ਨੇ ਕੁਝ ਜਪ ਤਪ ਕਰ ਲਏ ਤੇ ਉਹਦੀ ਕੁਝ ਸ਼ੋਭਾ ਹੋਣ ਲੱਗ ਪਈ, ਫਿਰ ਉਹਨੂੰ ਹੀ ਰੱਬ ਸਮਝਣ ਲੱਗ ਪੈਂਦੇ ਨੇ। ਰੱਬ ਦੀ ਬਰਾਬਰੀ ਸੰਪੂਰਨ ਤੌਰ ਤੇ ਕੋਈ ਵੀ ਨਹੀਂ ਕਰ ਸਕਦਾ। ਜਿਵੇਂ ਸਤਿਗੁਰੂ ਜੀ ਨੇ ਬਚਨ ਕਹੇ ਨੇ ਨਾ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ। ਬਾਣੀ ਦੇ ਬਰਾਬਰ ਕੋਈ ਵੀ ਨਹੀਂ ਹੈ। ਇਸ ਕਰਕੇ ਹਰੇਕ ਨੂੰ ਰੱਬ ਮੰਨ ਕੇ ਬੈਠ ਜਾਣਾ। ਜਿਵੇਂ ਹਿੰਦੂ ਧਰਮ ਦੇ ਵਿੱਚ ਇਹ ਹੈ ਕਿ ਕੋਈ ਕਿੱਲ ਠੋਕਣਾ ਸਿਖਾ ਦੇਵੇ ਤੇ ਉਹਨੂੰ ਆਪਣਾ ਗੁਰੂ ਕਹਿਣ ਲੱਗ ਪੈਂਦੇ ਨੇ। ਗੁਰਮਤਿ ਦੇ ਵਿੱਚ ਉਸਤਾਦ ਤਾਂ ਕਿਹਾ ਜਾਂਦਾ ਹੈ ਪਰ ਗੁਰੂ ਨਹੀਂ ਕਿਹਾ ਜਾਂਦਾ। ਹਿੰਦੂ ਧਰਮ ਦੇ ਵਿੱਚ ਇਹ ਹੈ ਕਿ ਹਰੇਕ ਨੂੰ ਗੁਰੂ ਕਹਿਣ ਲੱਗ ਪੈਂਦੇ ਨੇ। ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕਹੇ ਕਿ ਭਾਈ ਜਿਹੜਾ ਰਾਜਾ ਹੈ ਨਾ, ਰਾਜਾ ਕੀ ਹੋਇਆ ਜੇ ਮੰਤਰ ਪੜ੍ਹ ਕੇ ਤੇ ਮੀਂਹ ਪਵਾ ਦਿੰਦਾ ਸੀ। ਹੁਣ ਜੇ ਤੁਸੀਂ ਕੁਝ ਪ੍ਰਾਪਤ ਕਰਨਾ ਹੈ ਨਾ, ਜੇ ਤੁਸੀਂ ਕੁਝ ਚਾਹੁੰਦੇ ਹੋ ਤੇ ਫਿਰ ਕਰਤਾਰ ਦਾ ਨਾਮ ਜਪੋ। ਕਰਤਾਰ ਜਿਸ ਪ੍ਰਮਾਤਮਾ ਵਾਹਿਗੁਰੂ ਜੀ ਦੇ ਕਰ ਹੱਥ ਦੇ ਵਿੱਚ ਸਾਰੇ ਜੀਵਾਂ ਦੀ ਰੋਜੀ ਰੋਟੀ ਰੂਪ ਧਾਰ ਹੈ ਨਾ, ਉਹ ਕਰਤਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੂੰ। ਜਿਸ ਪ੍ਰਮਾਤਮਾ ਦੇ ਕਰ ਹੱਥ ਦੇ ਵਿੱਚ ਸਾਰੇ ਜੀਵਾਂ ਦੇ ਸਵਾਸਾਂ ਦੀ ਤਾਰ ਹੈ, ਜਿਸ ਦੇ ਤਨ ਦੇ ਵਿੱਚੋਂ ਪ੍ਰਮਾਤਮਾ ਸਵਾਸ ਖਿੱਚ ਲਵੇ, ਉਹਦਾ ਸਰੀਰ ਉਹਦਾ ਤਨ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਐਸਾ ਕਰਤਾਰ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਹੈ ਨਾ, ਜੋ ਪ੍ਰਮਾਤਮਾ ਸਾਰੇ ਜੀਵਾਂ ਦੀ ਰਚਨਾ ਕਰਨ ਵਾਲਾ ਹੈ, ਤੋ ਜਗਤ ਦਾ ਕਾਰਨ ਰੂਪ ਹੈ ਪ੍ਰਮਾਤਮਾ, ਜਗਤ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਉਹ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰੋ ਸਦਾ ਵਾਸਤੇ। ਬਹੁ ਬਾਰ ਪਰੇ ਧਰਮੇ ਹੋ ਮਹਾ। ਤੋ ਬਹੁਤਾ ਜ਼ਿਆਦਾ ਮੀਂਹ ਪਵੇਗਾ ਜਦੋਂ ਤੁਸੀਂ ਇਕੱਠੇ ਹੋ ਕੇ ਪ੍ਰਮਾਤਮਾ ਦੀ ਆਰਾਧਨਾ ਕਰੋਗੇ ਨਾ, ਪ੍ਰਮਾਤਮਾ ਦੇ ਨਾਮ ਨੂੰ ਧਿਆਓਗੇ ਤੇ ਫਿਰ ਬਹੁਤਾ ਜ਼ਿਆਦਾ ਮੀਂਹ ਪਵੇਗਾ ਧਰਤੀ ਦੇ ਉੱਤੇ। ਅਤ ਹੋਵਹਿ ਅੰਨ ਜਿਤੋ ਜੇ ਚਾਹਾ। ਜਿੰਨਾ ਵੀ ਤੁਸੀਂ ਚਾਹੁੰਦੇ ਹੋ ਅੰਨ, ਉਹ ਬਹੁਤਾ ਜ਼ਿਆਦਾ ਅਤਿਅੰਤ ਵਿਸ਼ੇਸ਼ ਕਰਕੇ ਅੰਨ ਬਹੁਤਾ ਜ਼ਿਆਦਾ ਹੋਵੇਗਾ। ਕਰਤਾਰ ਸਕੋ ਤੇ ਧਾਮ ਕਹਾਂ। ਤੋ ਸਤਿਗੁਰੂ ਜੀ ਨੂੰ ਪੁੱਛਣ ਲੱਗਾ ਏ ਜਿਹੜਾ ਖੇਤ ਦਾ ਮਾਲਕ ਆਇਆ ਸੀ ਨਾ, ਕਹਿਣ ਲੱਗਾ ਕਿ ਸੰਤ ਜੀ ਦੱਸੋ ਕਰਤਾਰ ਕੌਣ ਹੈ ਤੇ ਕਰਤਾਰ ਦਾ ਘਰ ਕਿੱਥੇ ਹੈ, ਇਹ ਮੈਨੂੰ ਦੱਸੋ ਜੀ ਕਿਰਪਾ ਕਰਕੇ। ਨਹਿ ਕਾਨ ਸੁਨਿਓ ਨਹਿ ਨੈਣ ਲਹਾ। ਨਾ ਅਸੀਂ ਨੇਤਰਾਂ ਦੇ ਨਾਲ ਦੇਖਿਆ ਤੇ ਨਾ ਕੰਨਾਂ ਦੇ ਨਾਲ ਸੁਣਿਆ। ਇਹ ਕਰਤਾਰ ਕਿਹਨੂੰ ਕਹਿੰਦੇ ਨੇ? ਇਸ ਦੇਸ਼ ਕਬੈ ਨਹਿ ਆਇ ਰਹਾ। ਨਾ ਇਸ ਦੇਸ਼ ਦੇ ਵਿੱਚ ਆ ਕੇ ਕਰਤਾਰ ਰਿਹਾ ਹੈ। ਕਿਹਨੂੰ ਕਰਤਾਰ ਕਹਿੰਦੇ ਹੋ ਤੁਸੀਂ ਦੱਸੋ ਜੀ ਕਿਰਪਾ ਕਰਕੇ। ਨਹਿ ਦਾਨ ਕਿਸੂ ਤੇ ਦੀਨ ਆਹਾ। ਉਹ
ਹਾਂਜੀ, ਨਹਿ ਦਾਨ ਕਿਸੂ ਤਹਿ ਦੀਨ ਆਹਾ। ਤੇ ਨਾ ਹੀ ਕਰਤਾਰ ਨੂੰ ਕਿਸੇ ਨੇ ਦਾਨ ਦਿੱਤਾ ਹੈ। ਕਰਤਾਰ ਇੱਥੇ ਆਇਆ ਹੋਵੇ ਤਾਂ ਕੋਈ ਕਿਸੇ ਨੇ ਦਾਨ ਦਿੱਤਾ ਹੋਵੇ। ਬਿਕਸੇ ਮੁਖ ਸ਼੍ਰੀ ਪ੍ਰਭ ਬੈਨ ਕਹਾ। ਉਹਦੀਆਂ ਭੋਲੀਆਂ ਭਾਲੀਆਂ ਗੱਲਾਂ ਸੁਣ ਕੇ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਹੱਸਣ ਲੱਗ ਪਏ, ਕਿਉਂਕਿ ਬੜੀਆਂ ਭੋਲੀਆਂ ਭਾਲੀਆਂ ਗੱਲਾਂ ਸੀ। ਤੋ 50 ਕੁ ਸਾਲ ਦੀ ਗੱਲ ਹੈ, ਬਜ਼ੁਰਗਾਂ ਨੇ ਸੁਣਾਈ ਸੀ ਕਿ ਬਹੁਤੇ ਜ਼ਿਆਦੇ ਮਨੁੱਖ ਇਕੱਠੇ ਹੋ ਕੇ ਕੰਮ ਕਰ ਰਹੇ ਸਨ। ਜਿਵੇਂ ਇੱਕ ਦੂਜੇ ਭਰਾਵਾਂ ਦਾ ਕੰਮ ਕਰਨ ਵਾਸਤੇ ਮੰਗ ਪਾ ਲਿਆ ਕਰਦੇ ਸਨ। ਕਹਿਣ ਤੋਂ ਭਾਵ ਕਿ ਬਹੁਤੇ ਜ਼ਿਆਦੇ ਜੋ ਤਾਏ ਚਾਚੇ ਇਤ ਆਦਿਕ ਸੰਬੰਧੀ ਇਕੱਠੇ ਹੋ ਕੇ ਤੇ ਕੰਮ ਕਰਨ ਲੱਗ ਪਿਆ ਕਰਦੇ ਸਨ। ਤੇ ਕਿਸੇ ਭੋਲੇ ਭਾਲੇ ਨੂੰ ਕਿਹਾ ਕਿ ਫਲਾਨਿਆਂ ਤੋਂ ਕਹਿੰਦੇ ਕੋਈ ਵਸਤੂ ਲੈ ਕੇ ਆ, ਜਿਵੇਂ ਕਹਿ ਲਈਏ ਕਿ ਚਾਹ ਲੈ ਕੇ ਆ, 100 ਗ੍ਰਾਮ ਚਾਹ ਲੈ ਕੇ ਆ। ਇੰਨੀ ਕੁ ਕਿਹਾ ਤੋ ਉਹ ਵਿਚਾਰਾ ਗੱਡਾ ਲੱਦਣ ਲੱਗ ਪਿਆ, ਗੱਡਾ ਜੋੜਨ ਲੱਗ ਪਿਆ। ਪਹਿਲਾਂ 2 ਬਲਦਾਂ ਵਾਲੇ ਗੱਡੇ ਹੁੰਦੇ ਸਨ। ਗੱਡਾ ਜੋੜਨ ਲੱਗ ਪਿਆ ਕਿ 100 ਗ੍ਰਾਮ ਲਿਆਉਣੀ ਹੈ, ਇਹਦੇ ਉੱਤੇ ਲੱਦ ਕੇ ਲਿਆਵਾਂਗਾ, ਕਿਉਂਕਿ ਭੋਲਾ ਸੀ ਵਿਚਾਰਾ। ਇਸ ਕਰਕੇ ਜੋ ਭੋਲੇ ਮਨੁੱਖ ਹੋਇਆ ਕਰਦੇ ਸਨ, ਆਪਣੇ ਕੰਮ ਦੇ ਨਾਲ ਹੀ ਮਤਲਬ ਰੱਖਣਾ ਤੇ ਕੰਮ ਕਰਦਿਆਂ ਕਰਦਿਆਂ ਹੀ ਸਮਾਂ ਕੱਢ ਲੈਣਾ। ਤੋ ਇਸ ਪ੍ਰਕਾਰ ਭੋਲਾ ਸੀ। ਸਤਿਗੁਰੂ ਜੀ ਉਹਦੀਆਂ ਗੱਲਾਂ ਸੁਣ ਕੇ ਤੇ ਹੱਸਣ ਲੱਗ ਪਏ ਕਿ ਦੇਖੋ ਕਿੰਨਾ ਭੋਲਾ ਹੈ, ਕਰਤਾਰ ਦਾ ਪਤਾ ਹੀ ਨਹੀਂ ਹੈ, ਰੱਬ ਦਾ ਪਤਾ ਹੀ ਨਹੀਂ ਹੈ, ਇਹਨੂੰ ਪਰਮਾਤਮਾ ਦਾ ਪਤਾ ਹੀ ਨਹੀਂ ਹੈ। ਤੇ ਵਾਕਿਆ ਹੀ ਜਿਨ੍ਹਾਂ ਨੂੰ ਜਨਮ ਲੈਂਦਿਆਂ ਸਾਰ ਸ਼ੁਰੂ ਤੋਂ ਹੀ ਕੰਮ ਦੇ ਵਿੱਚ ਲਾ ਲਿਆ ਜਾਵੇ ਤੇ ਕੰਮ ਦਾ ਭਾਰ ਇੰਨਾ ਹੋ ਜਾਵੇ ਕਿ ਉਹਨੂੰ ਪਤਾ ਹੀ ਨਾ ਰਵੇ ਆਪਣੇ ਆਪ ਦਾ, ਤੋ ਐਸੀ ਹਾਲਤ ਹੁੰਦੀ ਹੈ। ਪਹਿਲੇ ਸਮੇਂ ਦੀ ਕੋਈ ਬਹੁਤੀ ਜ਼ਿਆਦਾ ਲੰਮੀ ਗੱਲ ਨਹੀਂ ਹੈ। ਤੋਂ ਵੱਧ 50 60 70 ਸਾਲਾਂ ਦੀ ਹੋਵੇਗੀ ਇਹ ਜਿਹੜੀ ਗੱਲ ਹੈ। ਉਹ ਬਜ਼ੁਰਗ ਨੇ ਦਰਸ਼ਨ ਕੀਤੇ ਨੇ, ਉਹ ਬਜ਼ੁਰਗ ਨੂੰ ਦੇਖਿਆ ਹੈ ਦਾਸ ਨੇ। ਇਸ ਕਰਕੇ ਜੋ ਜਦੋਂ ਕੰਮ ਦੇ ਥੱਲੇ ਬੰਦਾ ਦੱਬਿਆ ਜਾਵੇ ਤੇ ਫਿਰ ਜਿਹੜੀ ਮੱਤ ਹੈ ਨਾ ਉਹ ਵਿਕਸਿਤ ਨਹੀਂ ਹੁੰਦੀ। ਤੋ ਐਸੀ ਹਾਲਤ ਹੁੰਦੀ ਹੈ। ਸਤਿਗੁਰੂ ਜੀ ਉਹਨੂੰ ਦੇਖ ਕੇ ਤੇ ਹੱਸਣ ਲੱਗ ਪਏ, ਖੁਸ਼ ਹੋਏ ਨੇ। ਸਭ ਹੀ ਘਟ ਪੂਰਨ ਵਿਆਪ ਰਹਾ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਸਾਰੀ ਉਮਰ ਕੰਮਾਂ ਦੇ ਥੱਲੇ ਹੀ ਦੱਬਿਆ ਰਿਹਾ ਹੈ, ਤੈਨੂੰ ਇਹ ਪਤਾ ਨਹੀਂ ਲੱਗਾ ਹੁਣ ਤੱਕ। ਪਰਮਾਤਮਾ ਹੈ ਨਾ ਜਿਹੜਾ ਕਰਤਾਰ ਹੈ, ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ, ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ, ਰੋਜੀ ਰੋਟੀ ਦੇਣ ਵਾਲਾ, ਅਤੇ ਜਿਸ ਪਰਮਾਤਮਾ ਦੇ ਹੱਥ ਦੇ ਵਿੱਚ ਸਾਰੇ ਜੀਵਾਂ ਦੇ ਸਵਾਸਾਂ ਦੀ ਤਾਰ ਹੈ, ਰੋਟੀ ਰੋਜੀ ਰੂਪ ਤਾਰ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਪਰਮਾਤਮਾ ਘਟਾਂ ਘਟਾਂ ਦੇ ਵਿੱਚ ਵਿਆਪ ਰਿਹਾ ਹੈ, ਸਭ ਹੀ ਘਟ ਪੂਰਨ ਵਿਆਪ ਰਹਾ, ਸਾਰੇ ਘਟਾਂ ਦੇ ਵਿੱਚ, ਸਾਰੇ ਸਰੀਰਾਂ ਦੇ ਵਿੱਚ ਹੈ ਤੇ ਵਿਆਪ ਰਿਹਾ ਹੈ ਪਰਮਾਤਮਾ ਵਾਹਿਗੁਰੂ ਜੀ। ਸਿਮਰੇ ਔਰ ਹਾਜ਼ਰ ਹੋਤ ਸਦਾ। ਭਾਈ ਜਦੋਂ ਵੀ ਪਰਮਾਤਮਾ ਵਾਹਿਗੁਰੂ ਜੀ ਦੇ ਭਗਤ ਜਨ ਪਰਮਾਤਮਾ ਨੂੰ ਯਾਦ ਕਰਦੇ ਨੇ ਨਾ, ਸਿਮਰਦੇ ਨੇ, ਤੇ ਪਰਮਾਤਮਾ ਉੱਥੇ ਹੀ ਹਾਜ਼ਰ ਹੁੰਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਭਗਵੰਤ ਅਨੰਤ ਨ ਆਏ ਕਦਾ। ਹਾਂਜੀ, ਭਗਵਾਨ ਪਰਮਾਤਮਾ ਵਾਹਿਗੁਰੂ ਜੀ ਹੈ ਨਾ, ਜੋ ਉਹ ਅਨੰਤ ਹੈ, ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਪਾਦੜੀ ਛੰਦ ਜੋ ਜੜ ਜੰਗਮ ਕੋ ਦੇਤ ਦਾਨ। ਜਿਹੜਾ ਜੜ ਜੰਗਮ ਜੀਵਾਂ ਨੂੰ ਦਾਨ ਦਿੰਦਾ ਹੈ। ਜੜ ਇੱਕ ਥਾਂ ਤੇ ਟਿਕੇ ਰਹਿਣ ਵਾਲੇ, ਜੰਗਮ ਜਿਹੜੇ ਤੁਰਨ ਵਾਲੇ, 2 ਲੱਤਾਂ ਵਾਲੇ, 4 ਲੱਤਾਂ ਵਾਲੇ, ਇਹ ਜੰਗਮ ਜੀਵ ਹੁੰਦੇ ਨੇ। ਜੰਗਲਾਂ ਦੇ ਵਿੱਚ ਇਤ ਆਦਿਕ ਜੋ
ਕੁਝ ਸੰਸਾਰ ਰੂਪ ਜੰਗਲ ਦੇ ਵਿੱਚ ਤੁਰਨ ਵਾਲੇ ਤੇ ਕੁਝ ਪ੍ਰਤੱਖ ਜੰਗਲ ਦੇ ਵਿੱਚ ਤੁਰਨ ਫਿਰਨ ਵਾਲੇ। ਜਿਹ ਦੇਵ ਦੈਤ ਜਾਚਹਿ ਮਹਾਨ। ਜਿਸ ਪਰਮਾਤਮਾ ਵਾਹਿਗੁਰੂ ਜੀ ਦੇ ਪਾਸੋਂ ਦੇਵਤੇ ਤੇ ਦੈਂਤ ਜਾਚਦੇ ਨੇ, ਮੰਗਦੇ ਨੇ, ਮੰਗਾਂ ਕਰਦੇ ਨੇ। ਵੱਡੇ ਵੱਡੇ ਦੇਵੀ ਦੇਵਤੇ ਵੀ ਪਰਮਾਤਮਾ ਵਾਹਿਗੁਰੂ ਜੀ ਤੋਂ ਮੰਗਦੇ ਨੇ। ਬ੍ਰਹਮੰਡ ਖੰਡ ਜਿਨ ਸਿਰਜ ਦੀਨ। ਜਿਸ ਪਰਮਾਤਮਾ ਵਾਹਿਗੁਰੂ ਜੀ ਨੇ ਬ੍ਰਹਮੰਡ ਤੇ ਖੰਡ ਸਿਰਜ ਦਿੱਤੇ ਨੇ, ਸਾਰੇ ਬ੍ਰਹਮੰਡਾਂ ਖੰਡਾਂ ਦੀ ਜੀਵਾਂ ਦੀ ਸਿਰਜਣਾ ਕੀਤੀ। ਤਹਿ ਸਿਮਰ ਹੋਏ ਸਭ ਕਸ਼ਟ ਸੀਨ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ, ਸਾਰੇ ਕਸ਼ਟ ਨਾਸ ਹੋ ਜਾਣਗੇ। ਭਜ ਨਾਮ ਤਾਹੇ ਬਰਖਾ ਸੁਦੇ। ਤੋ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਭਜਨ ਕਰ, ਵਰਖਾ ਬਹੁਤੀ ਜ਼ਿਆਦੀ ਹੋਵੇਗੀ, ਮੀਂਹ ਬੜਾ ਪਵੇਗਾ। ਅਨ ਟੋਟ ਅਨ ਸੁਖ ਸਾਰ ਲਏ। ਤੋ ਸਾਰੇ ਹੀ ਸ੍ਰੇਸ਼ਟ ਸੁਖ ਪ੍ਰਾਪਤ ਹੋਣਗੇ ਤੇ ਟੋਟੇ ਤੋਂ ਰਹਿਤ ਅੰਨ ਪ੍ਰਾਪਤ ਹੋਵੇਗਾ। ਸੁਨ ਕ੍ਰਿਸ਼ਕਾਰ ਤਬ ਕਹਿਤ ਬੈਨ। ਜਿਹੜਾ ਖੇਤੀ ਕਰਨ ਵਾਲਾ ਸੀ ਨਾ, ਕਿਸਾਨ ਸੀ ਜਿਹੜਾ, ਉਹਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਧਿਆਨ ਦੇ ਸਹਿਤ ਸੁਣਿਆ ਹੈ। ਤਿਸ ਕੀ ਪਛਾਨ ਇਸ ਦੇਸ਼ ਹੈ ਨਾ। ਤੋ ਕਹਿਣ ਲੱਗਾ, ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਫਿਰ ਦੁਬਾਰਾ ਪੰਕਤੀ ਪੜਿਓ ਕਰੋ। ਸੁਨ ਕ੍ਰਿਸ਼ਕਾਰ ਤਬ ਕਹਿਤ ਬੈਨ। ਤੋ ਜਿਹੜਾ ਕਿਸਾਨ ਸੀ ਨਾ, ਸਤਿਗੁਰੂ ਜੀ ਦੇ ਪਾਵਨ ਬਚਨ ਸੁਣ ਕੇ ਬੇਨਤੀ ਕਰਨ ਲੱਗਾ। ਤਿਸ ਕੀ ਪਛਾਨ ਇਸ ਦੇਸ਼ ਹੈ ਨਾ। ਕਹਿਣ ਲੱਗਾ ਕਿ ਜਿਹੜਾ ਕਰਤਾਰ ਹੈ ਨਾ, ਕਰਤਾਰ ਜਿਸ ਦੇ ਬਾਰੇ ਤੁਸੀਂ ਦੱਸਦੇ ਹੋ, ਉਹਦੀ ਪਛਾਣ ਇਹ ਦੇਸ਼ ਦੇ ਵਿੱਚ ਨਹੀਂ ਹੈ, ਕਿਉਂਕਿ ਇਹ ਦੇਸ਼ ਦੇ ਵਿੱਚ ਕਦੇ ਆਇਆ ਨਹੀਂ। ਅਬ ਹੀ ਸੁਨਾ ਤਬ ਮੁਖ ਦੁਆਰ। ਮੈਂ ਤੁਹਾਡੇ ਮੁਖਾਰ ਬਿਨ ਤੋਂ ਹੁਣੇ ਹੀ ਸੁਣਿਆ ਹੈ ਕਰਤਾਰ ਦਾ ਨਾਮ। ਨਹਿ ਆਗੇ ਹਿਆ ਕਿਨਹੂ ਉਚਾਰ। ਤੇ ਮੈਂ ਅੱਗੇ ਪਹਿਲਾਂ ਕਿਸੇ ਦੇ ਪਾਸੋਂ ਇਹ ਸੁਣਿਆ ਨਹੀਂ ਹੈ ਕਰਤਾਰ ਦਾ ਨਾਮ। ਤਹਿ ਮੁਖ ਦਿਖਾਓ ਨਿਜ ਨੈਣ ਦੇਖ। ਤੋ ਕਹਿਣ ਲੱਗਾ ਕਿ ਸਤਿਗੁਰੂ ਜੀ ਕਿਰਪਾ ਕਰਕੇ ਉਹ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਮੁਖ ਮੈਨੂੰ ਦਿਖਾ ਦਿਓ। ਪਾਏ ਕਹਿਣ ਤੋਂ ਭਾਵ ਕਿ ਉਹਦੇ ਦਰਸ਼ਨ ਕਰਵਾ ਦਿਓ, ਆਪਣੇ ਨੇਤਰਾਂ ਦੇ ਨਾਲ ਮੈਂ ਦੇਖਾਂ ਪਰਮਾਤਮਾ ਦੇ ਦਰਸ਼ਨ। ਸਿਮਰਨ ਕਰੋ ਨਿਸ ਦਿਨ ਵਿਸ਼ੇਖ। ਤੇ ਵਿਸ਼ੇਸ਼ ਕਰਕੇ ਮੈਂ ਰਾਤ ਦਿਨ ਸਿਮਰਨ ਕਰਾਂਗਾ, ਫਿਰ ਵੱਧ ਤੋਂ ਵੱਧ ਪਰਮਾਤਮਾ ਦਾ ਸਿਮਰਨ ਕਰਾਂਗਾ, ਕਰਤਾਰ ਦਾ। ਜੇ ਉਹਦੇ ਦਰਸ਼ਨ ਕਰਵਾ ਦਿਓ ਜੀ ਕਿਰਪਾ ਕਰਕੇ। ਗੁਰ ਕਹੈ ਨਾ ਦੇਖਿਓ ਜਾਏ ਸੋਏ। ਸਤਿਗੁਰੂ ਜੀ ਕਹਿਣ ਲੱਗੇ ਕਿ ਪਰਮਾਤਮਾ ਦੇਖਿਆ ਨਹੀਂ ਜਾਂਦਾ ਕਦੇ ਵਾਸਤੇ। ਸਿਮਰਨ ਕਰੋ ਇਛ ਪੂਰ ਹੋਏ। ਤੇ ਜਦੋਂ ਉਹਦਾ ਸਿਮਰਨ ਕਰੋਗੇ ਨਾ, ਫਿਰ ਉਹ ਪਰਮਾਤਮਾ ਵਾਹਿਗੁਰੂ ਕਿਰਪਾ ਕਰੇਗਾ ਕਿ ਇੱਛਾ ਪੂਰੀ ਹੋਵੇਗੀ ਤੁਹਾਡੀ। ਕੁਦਰਤੀ ਸੰਗ ਜਾਣਿਓ ਜਾਏ। ਕੁਦਰਤ ਦੇ ਨਾਲ ਹੀ ਪਰਮਾਤਮਾ ਜਾਣਿਆ ਜਾਂਦਾ ਹੈ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਤੋ ਕੁਦਰਤ ਦੇ ਵਿੱਚੋਂ ਹੀ ਕਾਦਰ ਦੇ ਦਰਸ਼ਨ ਹੁੰਦੇ ਨੇ। ਨਹਿ ਆਪਨ ਆਪ ਕਿਸਹੂ ਲਖਾਏ। ਆਪਣੇ ਆਪ ਕਿਸੇ ਨੂੰ ਵੀ ਉਹਦੇ ਦਰਸ਼ਨ ਨਹੀਂ ਹੁੰਦੇ। ਨਰ ਕਹੈ ਜੇ ਦੇਖਿਓ ਨਿਜ ਨਾ ਨੈਣ। ਮਨੁੱਖ ਕਹਿਣ ਲੱਗਾ, ਉਹ ਕਿਸਾਨ ਕਹਿਣ ਲੱਗਾ ਕਿ ਜੇ ਆਪਣੇ ਨੇਤਰਾਂ ਦੇ ਨਾਲ ਨਾ ਦੇਖਿਆ ਹੋਵੇ, ਕਿਸ ਪਾਸ ਕਹੂੰ ਜਾਚਨ ਸੋ ਬੈਨ। ਤੋ ਕਿਹਦੇ ਪਾਸ ਜਾ ਕੇ ਕਵਾਂ। ਫਿਰ ਮੈਂ ਉਹ ਪਰਮਾਤਮਾ ਆਪਣੇ ਨੇਤਰਾਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਨਹੀਂ ਕੀਤੇ ਤੇ ਫਿਰ ਕਿਹਦੇ ਕੋਲੋਂ ਮੈਂ ਮੰਗਾਂ। ਜਾਨੋ ਨਾ ਕੁਦਰਤੀ ਕੌਣ ਹੋਏ। ਕੁਦਰਤ ਦੇ ਬਾਰੇ ਵੀ ਮੈਂ ਨਹੀਂ ਜਾਣਦਾ ਕਿ ਕੁਦਰਤ ਕੌਣ ਹੁੰਦੀ ਹੈ, ਕੁਦਰਤ ਕਿਹਨੂੰ ਕਹਿੰਦੇ ਨੇ। ਕੁਛ ਪਤਾ ਦੇਹੋ ਹਾਂ ਲਖੇ ਬਸੋਏ। ਤੋ ਕੁਝ ਤਾਂ ਉਹਦਾ ਜਲਵਾ ਦਿਖਾਓ, ਕੁਦਰਤ ਦਾ ਜਲਵਾ ਦਿਖਾਓ, ਕੁਦਰਤ ਦਾ ਕੌਤਕ ਦਿਖਾਓ, ਫੇਰ ਹੀ ਮੈਨੂੰ ਪਤਾ ਲੱਗੇਗਾ ਕੁਦਰਤ ਦੇ ਬਾਰੇ। ਤੂੰ ਜਾਏ ਧਾਮ ਲਾਂਗਲ ਜੇ ਆਨ। ਸਤਿਗੁਰੂ ਜੀ ਕਹਿਣ ਲੱਗੇ ਕਿ ਘਰ ਦੇ ਵਿੱਚ ਜਾ ਅਤੇ ਹਲ ਲੈ ਕੇ ਆਉਣਾ ਕਰ, ਹਲ ਪੰਜਾਲੀ ਲੈ ਕੇ ਆ। ਅਬ ਬਾਹੁ ਬੋਵ ਚਿਤ ਬੈਨ ਮਾਨ। ਤੋ ਸਾਡਾ ਬਚਨ ਮੰਨ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਪਹਿਲਾਂ ਖੇਤ ਨੂੰ ਵਾਹ ਤੇ ਫੇਰ ਇਹਦੇ ਵਿੱਚ ਖੇਤੀ ਬੀਜ ਦੇਣਾ ਕਰੀ। ਜਬ ਉੱਗੈ ਖੇਤ ਪੁਨ ਪੱਕ ਜਾਏ। ਜਦੋਂ ਖੇਤ ਉੱਗੇਗਾ ਤੇ ਫਿਰ ਪੱਕ ਜਾਵੇਗਾ। ਤਬ ਲਖੋ ਕੁਦਰਤੀ ਹੋਏ ਕਾਏ। ਤਦੋਂ ਕੁਦਰਤ ਨੂੰ ਤੈਨੂੰ ਦਿਖਾ ਦੇਣਾ ਕਰਾਂਗੇ, ਕੁਦਰਤ ਦੇ ਦਰਸ਼ਨ ਕਰਾਵਾਂਗੇ ਫਿਰ ਤੈਨੂੰ ਅਸੀਂ। ਸੁਨ ਗਇਓ ਸਦਨ ਗੁਰ ਬਚਨ ਮਾਨ। ਸਤਿਗੁਰੂ ਜੀ ਦਾ ਬਚਨ ਮੰਨ ਕੇ ਤੇ ਆਪਣੇ ਘਰ ਦੇ ਵਿੱਚ ਗਿਆ ਹੈ ਉਹ ਕਿਸਾਨ। ਪੁਨ ਨਰਨ ਨਿਕਟ ਕੀਨੋ ਬਖਾਨ। ਫਿਰ ਜਿਹੜੇ ਖੁੰਡਾਂ ਤੇ ਮਨੁੱਖ ਬੈਠੇ ਸਨ, ਉਹਨਾਂ ਦੇ ਨਗਰ ਦੇ ਲੋਕ ਬੈਠੇ ਸਨ,
ਊਟ ਪਟਾਂਗ ਗੱਲਾਂ ਮਾਰਨ ਵਾਲੇ, ਜਿਵੇਂ ਤਾਸ਼ ਕੁੱਟਣ ਵਾਲੇ ਬੈਠੇ ਹੁੰਦੇ, ਉਹਨਾਂ ਦੇ ਕੋਲ ਜਾ ਕੇ ਗੱਲ ਕਹਿ ਦਿੱਤੀ ਹੈ ਉਹਨੇ। ਹੈ ਸਾਧ ਬਹਿਰ ਮਮ ਖੇਤ ਪਾਸ। ਕਹਿਣ ਲੱਗਾ ਮੇਰੇ ਖੇਤ ਦੇ ਕੰਢੇ ਤੇ ਹੀ, ਖੇਤ ਦੇ ਪਾਸ ਹੀ ਇੱਕ ਸਾਧੂ ਬੈਠਾ ਹੈ, ਉਹਨੇ ਮੈਨੂੰ ਇਹ ਬਚਨ ਕਿਹਾ ਹੈ। ਤਿਨ ਕਹੇ ਬਚਨ ਇਹ ਵਿਦ ਪ੍ਰਕਾਸ਼। ਇਸ ਤਰੀਕੇ ਦੇ ਨਾਲ ਉਹਨਾਂ ਨੇ ਮੈਨੂੰ ਇਹ ਬਚਨ ਕਹੇ ਨੇ, ਮੈਂ ਤੁਹਾਨੂੰ ਦੱਸਦਾ। ਪ੍ਰਥਮੇ ਸਿਮਰੋ ਕਰਤਾਰ ਨਾਮ। ਸਭ ਤੋਂ ਪਹਿਲਾਂ ਕਰਤਾਰ ਦਾ ਨਾਮ ਸਿਮਰਨਾ ਕਰੋ ਜੀ। ਗੁਣ ਬੋਏ ਖੇਤ ਹੋਏ ਸਿੱਧ ਕਾਮ। ਤੋ ਫਿਰ ਖੇਤੀ ਨੂੰ ਫਸਲ ਬੀਜ ਦੇਣਾ ਕਰੋ, ਭਾਵ ਕਿ ਹਲ ਪੰਜਾਲੀ ਦੇ ਨਾਲ, ਹਲ ਦੇ ਨਾਲ ਖੇਤ ਵਾਹ ਕੇ ਤੇ ਖੇਤ ਦੇ ਵਿੱਚ ਬੀਜ ਦੇਣਾ ਕਰੋ। ਸੁਨ ਨਰਨ ਕਾਨ ਸਭ ਹਾਸ ਕੀਨ। ਜਿਹੜੇ ਲੋਕ ਬੈਠੇ ਹੋਏ ਸਨ ਨਾ ਤਾਸ਼ ਕੁੱਟਣ ਵਾਲੇ, ਉਹ ਉਹਦੀਆਂ ਗੱਲਾਂ ਸੁਣ ਕੇ, ਭੋਲੀਆਂ ਭਾਲੀਆਂ ਗੱਲਾਂ ਸੁਣ ਕੇ ਤੇ ਹੱਸਣ ਲੱਗੇ ਨੇ ਬਹੁਤ ਜ਼ਿਆਦਾ ਉੱਚੀ ਉੱਚੀ। ਮਨ ਜਾਣ ਤਾਹੇ ਕੋ ਬੁੱਧਹੀਨ। ਕਹਿਣ ਲੱਗੇ ਕਿ ਮਤ ਤੋਂ ਹੀਣਾ ਹੈ, ਇਹਨੂੰ ਮਤ ਨਹੀਂ ਹੈ, ਇਹਨੂੰ ਪਤਾ ਨਹੀਂ ਹੈ। ਬਿਨ ਮੇਹ ਖੇਤ ਕਿਸ ਰੀਤ ਹੋਏ। ਕਹਿਣ ਲੱਗੇ ਨੇ ਕਿ ਮੀਂਹ ਪੈਣ ਤੋਂ ਬਿਨਾਂ ਖੇਤੀ ਕਿਵੇਂ ਹੋ ਜਾਵੇਗੀ। ਤੁਮ ਜਾਏ ਬੀਜ ਘਰ ਪੂਰ ਸੋਏ। ਤੂੰ ਜਾ ਕੇ ਬੀਜ ਤੇ ਆਪਣਾ ਘਰ ਭਰ ਲੈ। ਖੇਤੀ ਜਾ ਕੇ ਫਸਲ ਵਾਹ ਕੇ ਬੀਜ ਦੇ ਤੇ ਆਪਣਾ ਘਰ ਭਰ ਲੈਣਾ ਕਰ। ਸੁਨ ਬੈਨ ਤਨੋ ਕੇ ਯੁਗਤ ਹਾਸ। ਤੋ ਉਹਨਾਂ ਦੇ ਹੱਸਣ ਵਾਲੀਆਂ ਗੱਲਾਂ ਸੁਣ ਕੇ ਕਿ ਮੇਰੇ ਉੱਤੇ ਹਾਸੀ ਕਰਦੇ ਨੇ, ਬੜਾ ਹਾਸਾ ਮਜ਼ਾਕ ਕਰਦੇ ਨੇ ਮੇਰੀਆਂ ਗੱਲਾਂ ਸੁਣ ਕੇ। ਗੁਰ ਢਿਗ ਆਇਓ ਹੋ ਕਰ ਉਦਾਸ। ਤੋ ਉਦਾਸ ਹੋ ਕੇ ਸਤਿਗੁਰੂ ਜੀ ਦੇ ਪਾਸ ਆ ਗਿਆ ਫਿਰ ਦੁਬਾਰਾ। ਬਚ ਕਹੇ ਹਸੀ ਮੁਝ ਮਨੁਜ ਕੀਨ। ਕਹਿਣ ਲੱਗਾ ਕਿ ਜਿਹੜੇ ਲੋਕ ਬੈਠੇ ਨੇ ਨਾ ਸੱਥ ਦੇ ਵਿੱਚ, ਉਹਨਾਂ ਨੇ ਮੇਰੀਆਂ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਹਾਸਾ ਕੀਤਾ ਹੈ, ਮਖੌਲ ਕੀਤਾ ਮੈਨੂੰ। ਸਭ ਜਾਣੈ ਮਨ ਮੈਂ ਬੁੱਧਹੀਨ। ਕਹਿੰਦੇ ਨੇ ਜੋ ਸਾਰੇ ਹੀ ਮਨ ਦੇ ਵਿੱਚ ਮੇਰੇ ਬਾਰੇ ਜਾਣਦੇ ਕਿ ਮੈਂ ਮਤ ਤੋਂ ਹੀਣਾ ਹਾਂ। ਬਰਖਾ ਬਿਨ ਕੈਸੇ ਖੇਤ ਹੋਏ। ਉਹ ਲੋਕ ਕਹਿੰਦੇ ਨੇ ਕਿ ਮੀਂਹ ਪੈਣ ਤੋਂ ਬਿਨਾਂ ਖੇਤੀ ਕਿਵੇਂ ਹੋ ਜਾਵੇਗੀ, ਪਹਿਲਾਂ ਵਾਲੀ ਖੇਤੀ ਸੁੱਕ ਗਈ ਹੈ। ਇਹ ਜਾਣਤ ਹੈ ਸਭ ਥਾਨ ਲੋਏ। ਤੋ ਇੱਥੋਂ ਦੇ ਲੋਕ ਨੇ ਨਾ ਜਿਹੜੇ, ਇਹ ਇਹੋ ਹੀ ਜਾਣਦੇ ਕਿ ਮੀਂਹ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ ਕਿਸੇ ਪ੍ਰਕਾਰ, ਮੀਂਹ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ ਤੇ ਰਾਜੇ ਤੋਂ ਬਿਨਾਂ ਮੀਂਹ ਕੋਈ ਪਾ ਨਹੀਂ ਸਕਦਾ। ਸੁਨ ਕਹੈ ਗੁਰੂ ਤੂੰ ਬੀਜ ਆਨ। ਸਤਿਗੁਰੂ ਜੀ ਕਹਿਣ ਲੱਗੇ ਕਿ ਤੂੰ ਸਾਡਾ ਬਚਨ ਮੰਨ ਕੇ ਲਿਆ ਕੇ ਜੋ ਫਸਲ ਨੂੰ ਵਾਹ ਕੇ ਤੇ ਖੇਤੀ ਬੀਜ ਦੇਣਾ ਕਰ, ਕਣਕ ਬੀਜ ਦੇਣਾ ਕਰ। ਨਹਿ ਉਗੈ ਖੇਤ ਹਮ ਹੈ ਜਮਾਨ। ਤੋ ਸਤਿਗੁਰੂ ਜੀ ਕਹਿਣ ਲੱਗੇ ਕਿ ਅਸੀਂ ਜਾਮਨਾ, ਅਸੀਂ ਇਹ ਜ਼ਿੰਮੇਵਾਰੀ ਲੈਂਦੇ ਆ ਕਿ ਜੇ ਨਾ ਖੇਤੀ ਤੇਰੀ ਹੋਈ ਤੇ ਤੈਨੂੰ ਅਸੀਂ ਜੋ ਤੂੰ ਫਸਲ ਦੇ ਵਿੱਚ ਦਾਣੇ ਬੀਜੇ ਹੋਣਗੇ, ਜਿਹੜਾ ਬੀਜ ਬੀਜਿਆ ਹੋਵੇਗਾ ਉਹ ਤੈਨੂੰ ਅਸੀਂ ਦੇਵਾਂਗੇ। ਫੇਰ ਜੇ ਬੀਜ ਬੋਏ ਜਾਵੇ ਅਕਾਥ। ਜੇ ਤੇਰਾ ਬੀਜ ਬੀਜਿਆ ਹੋਇਆ ਵਿਅਰਥ ਚਲਾ ਗਿਆ, ਹਮ ਦੇਵ ਹੈ ਤੇ ਤੋਹਿ ਹਾਥ। ਤੈਨੂੰ ਓਨਾ ਹੀ ਬੀਜ ਦੇ ਦੇਵਾਂਗੇ ਜਿੰਨਾ ਬੀਜ ਤੇਰਾ ਵਿਅਰਥ ਜਾਵੇਗਾ ਫਸਲ ਦੇ ਵਿੱਚ, ਜ਼ਮੀਨ ਦੇ ਵਿੱਚ ਬੀਜਿਆ ਹੋਇਆ, ਉਹ ਤੈਨੂੰ ਅਸੀਂ ਵਾਪਸ ਦੇ ਦੇਣਾ ਕਰਾਂਗੇ। ਸੁਨ ਭਈ ਧੀਰ ਲਾਂਗਲ ਲਿਆਏ। ਤੋ ਜਦੋਂ ਸਤਿਗੁਰੂ ਜੀ ਦੇ ਬਚਨ ਸੁਣੇ, ਧੀਰਜ ਵਾਲੇ ਹੌਸਲੇ ਵਾਲੇ ਬਚਨ ਕੀਤੇ ਨੇ, ਤੇ ਫਿਰ ਹਲ ਲੈਣ ਵਾਸਤੇ ਚਲਾ ਗਿਆ ਘਰ ਦੇ ਵਿੱਚੋਂ। ਪੁਨ ਹਾਥ ਬੰਦਲੀ ਨੀਰ ਜਾਏ। ਫਿਰ ਸਤਿਗੁਰੂ ਜੀ ਦੇ ਅੱਗੇ ਦੋਨੇ ਹੱਥ ਜੋੜ ਕੇ ਸਤਿਗੁਰੂ ਜੀ ਦੀ ਆਗਿਆ ਲੈ ਲਈ ਹੈ। ਕਰਤਾਰ ਸਿਮਰ ਕੈ ਭੂਮ ਬਾਹੇ। ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਕੇ ਤੇ ਹਲ ਵਾਹੁਣ ਲੱਗਾ ਹੈ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਵੀ ਬਚਨ ਨੇ ਕਿ ਨਾਉ ਬੀਜਣ ਕਰ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਓ। ਗੁਰੂ ਕਾ ਸਿੱਖ ਜਦੋਂ ਖੇਤੀ ਬੀਜੇ, ਫਸਲ ਬੀਜਣ ਲੱਗੇ, ਉਦੋਂ ਗੁਰਬਾਣੀ ਦੇ ਇਹ ਸ਼ਬਦ ਪੜ੍ਹੇ। ਵੈਸੇ ਨਾਮ ਦੇ ਸੰਬੰਧ ਦੇ ਵਿੱਚ ਜ਼ਿਆਦਾਤਰ ਬਚਨ ਆਉਂਦੇ ਨੇ, ਪਰ ਗੁਰੂ ਕਾ ਸਿੱਖ ਜਦੋਂ ਸੰਸਾਰਕ ਧੰਦੇ ਵੀ ਕਰਨ ਲੱਗੇ, ਉਸ ਸਮੇਂ ਵੀ ਸਤਿਗੁਰੂ ਜੀ ਦੇ ਚਰਨਾਂ ਕਮਲਾਂ 'ਚ ਅਰਦਾਸ ਕਰੇ, ਬਾਣੀ ਪੜ੍ਹੇ, ਨਾਮ ਜਪਦਿਆਂ ਜਦੋਂ ਖੇਤੀ ਬੀਜੇਗਾ ਨਾ, ਤੇ ਫਿਰ ਫਸਲ ਬਹੁਤੀ ਜ਼ਿਆਦਾ ਪ੍ਰਫੁੱਲਤ ਹੋਵੇਗੀ। ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਓ। ਸਤਿਗੁਰੂ ਜੀ ਜੋ ਵੀ ਕਾਰਜ ਕਰਦਾ ਹਾਂ ਮੈਂ, ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ।
ਖੇਤੀ ਕਰਨੀ, ਵਣਜ ਕਰਨਾ, ਵਪਾਰ ਕਰਨਾ, ਨੌਕਰੀ ਕਰਨੀ, ਚਾਕਰੀ ਕਰਨੀ। ਸਿੱਖ ਨੇ 10 ਨਾਹਾਂ ਦੀ ਕਿਰਤ ਕਮਾਈ ਕਰਨੀ ਹੈ। ਇਹ ਗੁਰੂ ਕੇ ਸਿੱਖ ਨੂੰ ਹੁਕਮ ਹੈ, ਪਰ ਆਸ ਸਤਿਗੁਰੂ ਜੀ ਦੇ ਉੱਪਰ ਹੀ ਰੱਖਣੀ ਹੈ। ਸਤਿਗੁਰੂ ਜੀ ਉਹ ਭਾਗ ਆਪ ਜੀ ਨੇ ਲਾਉਣੇ ਨੇ। ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ ਜੀ। ਗੋ ਧੂਮ ਬੀਜ ਦੀਨੀ ਸੋਤਾਂ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਫਸਲ ਵਾਹ ਕੇ, ਹਲ ਦੇ ਨਾਲ ਫਸਲ ਵਾਹ ਕੇ ਤੇ ਫਿਰ ਛੱਟਾ ਦੇ ਕੇ ਜਿਹੜੀ ਕਣਕ ਹੈ ਨਾ ਉਹ ਵੀ ਬੀਜ ਦੇਣਾ ਕੀਤੀ ਹੈ। ਗੁਰ ਚਰਨ ਬੰਦ ਕਰ ਬੈਸਿਆਨ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕਰਕੇ ਸਤਿਗੁਰੂ ਜੀ ਦੇ ਪਾਸ ਹੀ ਆ ਕੇ ਬੈਠ ਗਿਆ। ਔਰ ਕੀਨੀ ਸ਼ਰਧਾ ਨਹੀਂ ਡੁਲਾਨ। ਉਹਦਾ ਹਿਰਦਾ ਡੋਲਿਆ ਨਹੀਂ, ਹਿਰਦੇ ਦੇ ਵਿੱਚ ਸ਼ਰਧਾ ਧਾਰਨ ਕਰ ਲਈ ਕਿ ਫਕੀਰ ਜੀ ਬਚਨ ਕਹਿੰਦੇ ਨੇ ਸੱਚੇ ਹੋ ਜਾਣੇ ਨੇ। ਪਹਿਲੇ ਜਿਹੜੇ ਮਨੁੱਖ ਉਹ ਬੜੇ ਸਿੱਧੇ ਸਾਧੇ ਹੁੰਦੇ ਸਨ, ਵਲਛਲ ਨਹੀਂ ਸੀ ਹੁੰਦਾ ਤੇ ਸ਼ਰਧਾ ਹੁੰਦੀ ਸੀ ਉਹਨਾਂ ਦੇ ਹਿਰਦੇ ਦੇ ਵਿੱਚ। ਨਿਸ ਗਇਓ ਧਾਮ ਪੁਨ ਭਈ ਭੋਰ। ਰਾਤ ਨੂੰ ਆਪਣੇ ਘਰ ਦੇ ਵਿੱਚ ਚਲਾ ਗਿਆ ਤੇ ਸਵੇਰ ਦਾ ਵੇਲਾ ਹੋ ਗਿਆ। ਚੱਲ ਆਏ ਦੇਖਿਓ ਖੇਤ ਔਰ। ਤੋ ਫਿਰ ਸਵੇਰ ਹੁੰਦਿਆਂ ਚੱਲ ਕੇ ਆ ਗਿਆ ਤੇ ਆਪਣੇ ਖੇਤ ਵੱਲ ਦੇਖਣ ਲੱਗਾ। ਸਬਜੀ ਸੋ ਲਖੀ ਤਬ ਨਾ ਬਹਾਰ। ਤੋ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਕਿ ਬਹੁਤ ਜ਼ਿਆਦੀ ਹਰੀ ਭਰੀ ਖੇਤੀ ਹੋ ਗਈ ਹੈ। ਦੂਜੇ ਦਿਨ ਹੀ ਹਰੀ ਭਰੀ ਖੇਤੀ ਹੋ ਗਈ। ਨਵੀਨ ਜੋ ਕੂਲੇ ਕਣਕ ਦੇ ਬੂਟੇ ਉੱਗ ਆਏ ਨੇ, ਨਿਕਲ ਆਏ ਨੇ ਬਾਹਰ। ਜਨ ਬਹੁਤ ਦਿਵਸ ਕੀ ਇਹ ਸੁਬਾਰ। ਤੋ ਸਮਝਿਆ ਐਵੇਂ ਲੱਗਣ ਲੱਗਾ ਕਿ ਜਿਵੇਂ ਬਹੁਤ ਦਿਨ ਹੋ ਗਏ ਨੇ ਇਹ ਖੇਤੀ ਬੀਜੀ ਨੂੰ। ਕਰ ਹਰਖ ਬੰਦ ਗੁਰ ਚਰਨ ਰੇਨ। ਤੋ ਬਹੁਤਾ ਜ਼ਿਆਦਾ ਖੁਸ਼ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਪਰ ਢਹਿ ਪਿਆ ਹੈ। ਸ਼ਰਦਾ ਸੁਬਦੀ ਜੋ ਮੋਖ ਦੇਨ। ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਲਈ, ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਤੇ ਸ਼ਰਧਾ ਹੋਰ ਵੱਧ ਗਈ ਹੈ। ਇਹ ਜਿਹੜਾ ਮਹਾਨ ਕੌਤਕ ਦੇਖ ਕੇ ਤੇ ਸ਼ਰਧਾ ਹੋਰ ਵੱਧ ਆਈ ਹੈ। ਹੋਰ ਨਰਨ ਸੁਨੇ ਆਚਰਜ ਮਾਨ। ਜਿਹੜੇ ਹੋਰ ਮਨੁੱਖਾਂ ਨੂੰ ਜਾ ਕੇ ਦੱਸਿਆ ਖੁਸ਼ੀ ਦੇ ਸਹਿਤ, ਉਹ ਵੀ ਬੜੇ ਹੈਰਾਨ ਹੋਏ ਨੇ ਕਿ ਕੱਲ ਹਜੇ ਬੀਜ ਕੇ ਆਇਆ, ਅੱਜ ਖੇਤੀ ਹਰੀ ਭਰੀ ਵੀ ਹੋ ਗਈ। ਸਭ ਧਾਏ ਹੈ ਰਹਿ ਸਾਚ ਜਾਨ। ਸਾਰੇ ਲੋਕ ਭੱਜ ਕੇ ਦੇਖਦੇ ਨੇ ਤੇ ਸੱਚ ਜਾਣਦੇ ਨੇ ਕਿ ਕੱਲ ਬੀਜ ਕੇ ਆਇਆ, ਅੱਜ ਹਰੀ ਕਿਵੇਂ ਹੋ ਗਈ। ਅਸ ਜਾਨ ਅਜ਼ਮਤੀ ਔਰ ਪਮਾਨ। ਤੋ ਸਤਿਗੁਰੂ ਜੀ ਨੂੰ ਜਾਣਿਆ ਕਿ ਬੜੇ ਅਜਮਤੀ ਫਕੀਰ ਨੇ, ਬੜੀਆਂ ਤਾਕਤਾਂ ਵਾਲੇ, ਸ਼ਕਤੀਆਂ ਵਾਲੇ ਨੇ, ਇਲਾਹੀ ਲੋਕ ਨੇ। ਗੁਰ ਤੀਰ ਪਹੁੰਚੇ ਸਿਦਕ ਠਾਨ। ਬਹੁਤਾ ਜ਼ਿਆਦਾ ਸਿਦਕ ਰੱਖ ਕੇ, ਸ਼ਰਧਾ ਰੱਖ ਕੇ ਤੇ ਸਤਿਗੁਰੂ ਜੀ ਦੇ ਪਾਸ ਪਹੁੰਚ ਗਏ ਨੇ ਸਾਰੇ ਲੋਕ। ਕਰ ਬੰਦਨਾ ਸੋ ਧਰ ਭੇਟ ਸੋਏ। ਤੋ ਨਮਸਕਾਰਾਂ ਕਰ ਕਰਕੇ ਤੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਪਾਸ ਭੇਟਾਂ ਰੱਖਣ ਲੱਗ ਪਏ ਨੇ। ਬਿਦ ਬੂਝ ਹੀ ਜਿਵ ਅੰਨ ਹੋਏ। ਸਤਿਗੁਰੂ ਜੀ ਨੂੰ ਪੁੱਛਣ ਲੱਗੇ ਨੇ ਕਿ ਸਤਿਗੁਰੂ ਜੀ ਉਹ ਕਿਰਪਾ ਕਰਕੇ ਦੱਸੋ ਕਿਹੜੇ ਤਰੀਕੇ ਦੇ ਨਾਲ ਖੇਤੀ ਫਸਲ ਚੰਗੀ ਹੋਵੇ। ਗੁਰ ਕੀਨ ਦਇਆ ਦੀਨੀ ਰਜਾਏ। ਸਤਿਗੁਰੂ ਜੀ ਨੇ ਦਇਆ ਕਰਕੇ ਤੇ ਇਹ ਹੁਕਮ ਦੇ ਦਿੱਤਾ ਹੈ। ਕਰਤਾਰ ਨਾਮ ਰਸਨਾ ਧਿਆਏ। ਸਤਿਗੁਰੂ ਜੀ ਕਹਿਣ ਲੱਗੇ ਕਿ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਇਹ ਰਸਨਾ ਦੇ ਨਾਲ ਧਿਆਉਣਾ ਕਰੋ। ਮੁਖ ਤੋਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਚਾਰਨ ਕਰੋ ਜੀ। ਟੋਟਕ ਛੰਦ ਕ੍ਰਿਸ਼ ਕਾਰਜ ਕੋ ਕਰ ਸੋ ਕਰੀਏ। ਹਰ ਨਾਮ ਉਚਾਰ ਹਿਰਦੈ ਧਰੀਏ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਖੇਤੀ ਕਰਨ ਲੱਗਿਆਂ, ਖੇਤੀ ਬੀਜਣ ਲੱਗਿਆਂ, ਧੰਦੇ ਕਰਨ ਲੱਗਿਆਂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹਿਰਦੇ ਦੇ ਵਿੱਚ ਜਪਦੇ ਰਹਿਣਾ ਕਰੋ। ਵਾਹਿਗੁਰੂ ਵਾਹਿਗੁਰੂ ਦਾ ਨਾਮ ਉਚਾਰਨ ਕਰੋ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਦੇ ਨਾਲ ਕੰਮ ਕਰੋ ਤੇ ਚਿੱਤ ਬਿਰਤੀ ਨਿਰਅੰਜਨ ਮਾਇਆ ਕਾਲਕ ਤੋਂ ਰਹਿਤ ਪਰਮਾਤਮਾ ਦੇ ਨਾਲ ਜੋੜੋ ਜੀ। ਬਰਖਾਹਿਤ ਜਾਚੋ ਬੰਦ ਕਰਨ। ਤੋ ਦੋਨੇ ਹੱਥ ਜੋੜ ਕੇ ਪਰਮਾਤਮਾ ਦੇ ਪਾਸੋਂ ਮੀਂਹ ਮੰਗਣਾ ਕਰੋ ਕਿ ਮੀਂਹ ਪੈ ਜਾਵੇ ਬਹੁਤਾ ਜ਼ਿਆਦਾ। ਬਹੁ ਨੀਰ ਪਰੈ ਹੋਏ ਖੇਤ ਧਰਮ। ਤੋ ਧਰਤੀ ਦੇ ਉੱਪਰ ਤੁਹਾਡੇ ਖੇਤਾਂ ਦੇ ਵਿੱਚ ਬਹੁਤਾ ਜ਼ਿਆਦਾ ਮੀਂਹ ਪਵੇਗਾ ਜਦੋਂ ਤੁਸੀਂ ਮੰਗੋਗੇ ਪਰਮਾਤਮਾ ਨੂੰ ਯਾਦ ਕਰਕੇ। ਧਰੇ ਆਇਸ ਸੀਸ ਚੱਲੇ ਸਭ ਹੀ। ਤੋ ਸਤਿਗੁਰੂ ਜੀ ਦੀ ਆਗਿਆ ਸਿਰ ਮੱਥੇ ਲੈ ਕੇ ਕਹਿਣ ਤੋਂ ਭਾਵ ਕਿ ਸਤਿਗੁਰੂ ਜੀ ਦੀ ਆਗਿਆ ਮੰਨ ਕੇ
ਸਾਰੇ ਹੀ ਲੋਕ ਚੱਲੇ ਨੇ। ਬਰ ਬੀਜ ਬਯੋ ਹਲ ਤੇ ਤਬ ਹੀ। ਤਦੋਂ ਸਾਰਿਆਂ ਨੇ ਇਕੱਤਰ ਹੋ ਕੇ ਆਪੋ ਆਪਣਾ ਬੀਜ ਲਿਆ ਕੇ ਥੋੜਾ ਥੋੜਾ ਤੇ ਹਲ ਵਾਹ ਕੇ ਛੱਟਾ ਦੇ ਦਿੱਤਾ ਹੈ, ਬੀਜ ਦਿੱਤਾ ਹੈ। ਪਲ ਖੇਤ ਉਗੇ ਹਰਿਆਵਲ ਸੋ। ਦੂਜੇ ਦਿਨ ਹੀ ਭਲੀ ਪ੍ਰਕਾਰ ਖੇਤ ਹਰੇ ਭਰੇ ਉਗਾਏ ਨੇ। ਪੁਰ ਸ਼ੋਕ ਨਸਿਓ ਸਰਬ ਤਾਵਲ ਸੋ। ਜਿਹੜੇ ਬਹੁਤੇ ਜ਼ਿਆਦੇ ਉਤਾਵਲੇ ਸੀ, ਹਿਰਦੇ ਦੇ ਵਿੱਚ ਜੋ ਬੜਾ ਦੁੱਖ ਸੀ, ਉਹ ਉਹਨਾਂ ਦਾ ਦੁੱਖ ਦੂਰ ਹੋ ਗਿਆ ਤੇ ਬੜੇ ਉਤਸ਼ਾਹ ਦੇ ਸਹਿਤ ਹੋ ਗਏ ਜਦੋਂ ਸਾਰਿਆਂ ਦੇ ਖੇਤ ਹਰੇ ਭਰੇ ਹੋ ਗਏ। ਸਮਰੱਥ ਵੱਡੋ ਕਹਿ ਸੰਤ ਭਲੋ। ਕਹਿਣ ਲੱਗੇ ਕਿ ਬੜੇ ਭਲੇ ਸੰਤ ਹਨ, ਚੰਗੇ ਨੇ ਅਤੇ ਬੜੀ ਸਮਰੱਥਾ ਵਾਲੇ ਨੇ, ਬੜੀਆਂ ਸ਼ਕਤੀਆਂ ਵਾਲੇ ਨੇ। ਇਸ ਆਇਸ ਕੇ ਅਨੁਸਾਰ ਚੱਲੋ। ਇਹਨਾਂ ਦੀ ਆਗਿਆ ਦੇ ਅਨੁਸਾਰ ਹੀ ਚੱਲੋ। ਹੁਣ ਬਰਖਾ ਬਿਦ ਬੂਝਨ ਕੀਨ ਜਬੈ। ਜਿਹੜੇ ਤਰੀਕੇ ਦੇ ਨਾਲ ਮੀਂਹ ਪਵੇ, ਹੁਣ ਉਹ ਤਰੀਕਾ ਪੁੱਛਣ ਲੱਗੇ ਨੇ ਸਤਿਗੁਰੂ ਜੀ ਨੂੰ। ਗੁਰ ਨਾਨਕ ਵਾਕ ਉਚਾਰ ਤਬੈ। ਤਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੁਭਾਏਮਾਨ ਮੁਖਾਰ ਬਿਨ ਤੋਂ ਬਚਨ ਉਚਾਰਨ ਕੀਤੇ ਨੇ। ਤੋਂ ਇੱਥੋਂ ਤੱਕ ਆਪ ਜੀ ਨੇ ਵਿਚਾਰ ਸਰਵਣ ਕੀਤੀ। ਕੱਲ ਦੇ ਪ੍ਰਸੰਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਥੇ ਖੇਤ ਦੇ ਵਿੱਚ ਬੈਠਿਆ ਹੋਇਆ ਕੁਦਰਤ ਦਾ ਕ੍ਰਿਸ਼ਮਾ ਦਿਖਾਉਣਗੇ ਕਿ ਕਿਸ ਪ੍ਰਕਾਰ ਕੁਦਰਤ ਦੇ ਰਾਹੀਂ ਪਰਮਾਤਮਾ ਕੁਦਰਤ ਦੇ ਵਿੱਚ ਵਸਿਆ ਹੋਇਆ ਦਿਖਾਈ ਦਿੰਦਾ ਹੈ। ਕਿਵੇਂ ਕੁਦਰਤ ਦੇ ਵਿੱਚੋਂ ਦਰਸ਼ਨ ਹੁੰਦੇ ਨੇ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਪਰਮਾਤਮਾ ਤੇਰੀ ਕੁਦਰਤ ਤੋਂ ਬਲਿਹਾਰ ਜਾਈਏ, ਸਦਕੇ ਜਾਈਏ। ਤੇਰੀ ਕੁਦਰਤ ਦੇ ਵਿੱਚੋਂ ਹੀ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ। ਇਸੇ ਕਰਕੇ ਤਾਂ ਬਚਪਨ ਦੇ ਵਿੱਚ ਸੁਣਿਆ, ਜਦੋਂ ਸ਼ਾਮ ਨੂੰ ਖੇਤ ਦੇ ਵਿੱਚੋਂ ਘਰ ਵੱਲ ਨੂੰ ਆਈਦਾ ਸੀ ਤੇ ਉਸ ਸਮੇਂ ਇੱਕ ਪੰਛੀ ਬੋਲਦਾ ਹੁੰਦਾ ਸੀ, ਕਰਤਾਰ ਤੇਰੀ ਕੁਦਰਤ, ਕਰਤਾਰ ਤੇਰੀ ਕੁਦਰਤ। ਸ਼ਾਇਦ ਉਹਨੂੰ ਤਿੱਤਰ ਕਹਿੰਦੇ ਨੇ। ਤੇ ਉਹਦੇ ਬੋਲੀ ਦੇ ਵਿੱਚੋਂ ਸਪਸ਼ਟ ਆਵਾਜ਼ ਆਉਂਦੀ ਸੀ ਕਿ ਕਰਤਾਰ ਤੇਰੀ ਕੁਦਰਤ, ਕਰਤਾਰ ਤੇਰੀ ਕੁਦਰਤ। ਦਵਾਈਆਂ ਸਪਰੇਆਂ ਪਾ ਕੇ ਕਿਸਾਨਾਂ ਨੇ ਐਸੇ ਜਿਹੜੇ ਚੰਗੇ ਪੰਛੀ ਸਨ ਉਹ ਖਤਮ ਕਰ ਦਿੱਤੇ ਨੇ, ਮਰ ਗਏ ਨੇ ਪੰਛੀ ਬਹੁਤੇ ਜ਼ਿਆਦੇ। ਪਰ ਛੋਟੀ ਉਮਰ ਦੇ ਵਿੱਚ ਦਾਸ ਨੇ, ਮੈਂ ਆਪ ਆਪਣੇ ਕੰਨਾਂ ਦੇ ਨਾਲ ਸੁਣਿਆ, ਉਹ ਪੰਛੀ ਜਦੋਂ ਬੋਲਦਾ ਸੀ ਨਾ, ਭਾਵੇਂ ਛੋਟੀ ਉਮਰ ਸੀ ਤੇ ਬਜ਼ੁਰਗ ਦੱਸਦੇ ਸੀ ਕਿ ਦੇਖੋ ਇਹ ਬੋਲਦਾ ਹੈ, ਕਰਤਾਰ ਤੇਰੀ ਕੁਦਰਤ, ਕਰਤਾਰ ਤੇਰੀ ਕੁਦਰਤ। ਉਹਦੀ ਬੋਲੀ ਦੇ ਵਿੱਚੋਂ ਐ ਸਪਸ਼ਟ ਆਵਾਜ਼ ਆਉਂਦੀ ਸੀ। ਤੋ ਕਰਤਾਰ ਦੀ ਕੁਦਰਤ ਹੈ। ਕੱਲ ਦੇ ਪ੍ਰਸੰਗ ਦੇ ਵਿੱਚ ਕਰਤਾਰ ਦੀ ਕੁਦਰਤ ਹੈ ਨਾ, ਜੋ ਉਹਦੀ ਤਾਕਤ ਦਿਖਾਉਣਗੇ ਸਤਿਗੁਰੂ ਜੀ ਕਿ ਕਿਵੇਂ ਕਰਤਾਰ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਕੁਦਰਤ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਤੋ ਇਹ ਪ੍ਰਸੰਗ ਸਰਵਣ ਕਰਾਂਗੇ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਫੂਲਣ ਹਾਰ। ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਬਰਖਾ ਬਿਦ ਬੂਝਨ ਕੀਨ ਜਬੈ, ਗੁਰ ਨਾਨਕ ਵਾਕ ਉਚਾਰ ਤਬੈ। ਵਾਹਿਗੁਰੂ ਜੀ ਕਾ